वाहिगुरु जी का खालसा वाहिगुरु जी की फतेह। पतत उदाहरण सतगुरु साहिब श्री गुरु ग्रंथ साहिब जियां दी पावन गोद विच बड़े ही सत्कार सहित शाम दे दीवाना विच आप जी जुड़ बैठे हो। सुभागा समा सतगुरां दी किरपा नाल प्राप्त होया है। आओ इस समय नूं सफला बनाइए। गुर इतिहास दे पावन प्रवाहां दे विचों पिछले दिनां विच आप जी ने सरवण कीता सी। बेदी वंश के मरासी भाई मरदाना जी जगत पिता गुरु नानक साहिब जियां दे पास मोदी खाने ते आए ने। उन्होंने बधाई के रूप में कुछ पदार्थों की मंग की थी। गुरु नानक साहब सच्चे पातशाह जी आखदे ने मरदानिया जो चित करता है अज मंग ले। हुणे मंगेगा हुणे ही बख्शिश विच दे देंगे, पर मंगियो जिस विच तैनूं लाभ होवे। बड़े ख्याल भाई मरदाना जी के मन विच आए, मैं की मंगा की ना मंगा। आखिरकार गुरु पातशाह के चरणों में बेनती की, सतगुरु जो आप जी नूं पाउंदा सो दे दिओ। जगत गुरु गुरु नानक साहब सच्चे पातशाह जी ने प्रसन्न होकर आखिया, मरदानिया तैनूं अज तंती साज रबाब दा हुनर बख्श दिया। दुनिया दी सिफतां गाउणियां बंद कर, हुण करतार परमात्मा की सिफत गायन करिया कर। इस गुण का मुल जानी, दर दर ते मंगना छड्ड दई। सतगुरां तो प्रेम दे वचन लैके भाई मरदाना जी बड़े खुश प्रसन्न चित होए। बड़ी बड़ी बख्शिश बिना मंगिया सतगुरां ने कर दी है। इन सारे प्रसंगां नूं आप जी ने बड़े विस्तार सहित सरवण कीता सी। सो आओ कुछ समा मन व्यक्तियां नूं एकाग्र चित बनाइए, पाओ प्रेम दी सांझ। आसीस बख्शो, गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। बोले श्री नानक सुख रासे, तू है बेदे बंस मरासे। भाई बाला जी इस पावन कथा नूं गुरु अंगद देव सतगुरां नूं बड़ी भावना दे सहित सुना रहे हैं। गुरु नानक साहब सच्चे पातशाह जी आखण लगे, मरदानिया दर दर ते मंगना बंद कर दे। तू बेदियां दी वंश दा वरसी है। तू हुण मंगता नहीं है, मंगण वाला नहीं है। एक वक्त आएगा जमाना तेरे अगे मंगया करेगा, क्योंकि ये आदत है।
ਮਨੁੱਖ ਦੀਆਂ ਆਦਤਾਂ ਨਹੀਂ ਜਾਂਦੀਆਂ, ਜਿੰਨੀ ਮਰਜ਼ੀ ਵਾਰ ਸਮਝਾ ਲਓ। ਪਰ ਜਿਨ੍ਹਾਂ ਨੇ ਆਪਣੇ ਮਨ ਨੂੰ ਬਦਲਣ ਦਾ ਤਹਈਆ ਕੀਤਾ ਹੋਵੇ ਉਹ ਬਦਲ ਵੀ ਲੈਂਦੇ ਨੇ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਆਖਿਆ ਮਰਦਾਨਿਆਂ, ਦਰ ਦਰ ਦੀ ਮੁਥਾਜੀ, ਦਰ ਦਰ ਦਾ ਮੰਗਣਾ ਹੁਣ ਤੂੰ ਛੱਡ ਦੇ। ਜਾਚਨ ਆਨ ਸਥਾਨ ਨ ਕੀਜੈ, ਲੈਨ ਤੇ ਸੰਤੋਖ ਤਰੀਜੈ। ਕਿਉਂਕਿ ਜੇ ਤੂੰ ਥਾਂ ਥਾਂ ਤੇ ਮੰਗੇਗਾ, ਲਾਜ ਸਾਡੇ ਨਾਮ ਨੂੰ ਲੱਗਣੀ ਹੈ। ਤੂੰ ਸਾਥੀ ਹੈ ਸਾਡਾ, ਮਿੱਤਰ ਹੈ ਸਾਡਾ। ਦਰ ਦਰ ਦੀ ਚਾਕਰੀ ਤੇ ਦਰ ਦਰ ਦੀ ਸਿਫਤ ਛੱਡ ਕੇ ਕਰਤਾਰ ਦੀ ਸਿਫਤ ਕਰਿਆ ਕਰ। ਤੈਨੂੰ ਜੋ ਚਾਹੀਦਾ ਹੁੰਦਾ ਹੈ ਸਾਡੇ ਤੋਂ ਲੈ ਜਾਇਆ ਕਰ। ਬੜਾ ਵੱਡਾ ਵਚਨ ਹੈ ਗੁਰੂ ਸਾਹਿਬ ਦਾ। ਇਹ ਉਹੀ ਜਾਣਦੇ ਨੇ ਜਿਹੜੇ ਕਮਾ ਰਹੇ ਨੇ, ਸੁਣ ਰਹੇ ਨੇ, ਮੰਨ ਰਹੇ ਨੇ, ਪਰ ਔਖਾ ਬਹੁਤ ਹੈ। ਜਿਹਨੂੰ ਦਰ ਦਰ ਤੇ ਮੰਗਣ ਦੀ ਆਦਤ ਹੋਵੇ, ਦਰ ਦਰ ਤੇ ਫਿਰਨ ਭਟਕਣ ਦੀ ਆਦਤ ਹੋਵੇ, ਇੱਕ ਦਰਦਾ ਹੋਇਆ ਜਾਂਦਾ ਨਹੀਂ। ਆਖੋ ਸਤਨਾਮ। ਬੜਾ ਔਖਾ ਹੈ। ਥਾਂ ਥਾਂ ਤੇ ਫਿਰਨ ਵਾਲਾ ਇੱਕ ਤਾਂ ਨਹੀਂ ਬਣ ਸਕਦਾ। ਪਰ ਭਾਈ ਮਰਦਾਨਾ ਜੀ ਨੂੰ ਇਹ ਬਚਨ ਗੁਰੂ ਨਾਨਕ ਸਾਹਿਬ ਦੇ ਨੇ। ਕੋਈ ਆਮ ਵਿਅਕਤੀ ਕਿਸੇ ਆਮ ਨੂੰ ਸਮਝਾਵੇ ਤੇ ਸ਼ਾਇਦ ਕਦੇ ਜ਼ਿੰਦਗੀ 'ਚ ਗੱਲ ਪੱਲੇ ਨਾ ਪਵੇ। ਗੁਰੂ ਦੇ ਬਚਨ ਅੰਮ੍ਰਿਤ ਨੇ। ਸਤਿਗੁਰ ਦੇ ਬਚਨ ਗਿਆਨ ਦੀ ਤਲਵਾਰ ਹਨ। ਜਿੱਥੇ ਚੱਲਦੇ ਨੇ ਅਗਿਆਨਤਾ ਨੂੰ ਕੱਢ ਦਿੰਦੇ ਨੇ। ਸੁਣ ਕੇ ਭਾਈ ਮਰਦਾਨਾ ਜੀ ਬੜੇ ਖੁਸ਼ ਹੋਏ, ਕਿਉਂਕਿ ਸਤਿਗੁਰਾਂ ਨੇ ਕਿਹਾ ਜਿਸ ਵਸਤੂ ਦੀ ਲੋੜ ਹੋਵੇ ਸਾਡੇ ਪਰਿਵਾਰ ਤੋਂ ਮੰਗਣੀ ਨਹੀਂ, ਆ ਕੇ ਦੱਸਣਾ ਏ। ਜੇ ਤੁਮ ਰੱਖੋਗੇ ਸੁਧ ਮੋਰੀ, ਅਨੰਤ ਅਗਰ ਕਿਉਂ ਜਾਉ ਬਹੋਰੀ। ਦੋਨੇ ਹੱਥ ਜੋੜ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ, ਜੇ ਤੁਸੀਂ ਮੇਰੀ ਖਬਰ ਰੱਖੋਗੇ, ਤੁਸੀਂ ਮੇਰਾ ਫਿਕਰ ਕਰੋਗੇ, ਮੈਨੂੰ ਕੀ ਲੋੜ ਹੈ ਦਰ ਦਰ ਤੇ ਠੋਕਰਾਂ ਖਾਣ ਦੀ। ਆਖੋ ਸਤਿਨਾਮ। ਜਿਹਦਾ ਸੱਜਣਾ ਹੈ, ਜਿਹਦਾ ਪਿਆਰਾ ਹੈ, ਉਹ ਤੇ ਰਜਿਆ ਹੋਇਆ। ਅੱਖ ਭਰ ਕੇ ਕਿਸੇ ਵੱਲ ਵੇਖਦਾ ਨਹੀਂ, ਕਿਸੇ ਦਰ ਤੇ ਜਾ ਕੇ ਮੰਗਦਾ ਨਹੀਂ, ਕਿਸੇ ਅੱਗੇ ਹਲੀਮੀ ਵਿੱਚ ਪੇਸ਼ ਨਹੀਂ ਹੁੰਦਾ, ਕਿਉਂਕਿ ਉਹਨੂੰ ਪਰਵਾਹ ਨਹੀਂ ਕਿਸੇ ਦੀ। ਭਾਈ ਮਰਦਾਨਾ ਜੀ ਕਹਿੰਦੇ, ਪਾਤਸ਼ਾਹ ਅੱਜ ਤੋਂ ਮੈਂ ਪ੍ਰਣ ਕਰਦਾ ਦਰ ਦਰ ਤੇ ਮੰਗਾਂਗਾ ਨਹੀਂ। ਉਹ ਕੋਈ ਭੀਖ ਨਹੀਂ ਮੰਗਦੇ। ਮਰਾਸੀ ਕਿਸੇ ਦੀ ਸਿਫਤ ਕਰਦੇ ਨੇ, ਕਿਸੇ ਦੇ ਗੁਣ ਗਾਉਂਦੇ ਨੇ, ਵਧਾਈਆਂ ਮੰਗਦੇ ਨੇ, ਕਿਉਂਕਿ ਉਹਨਾਂ ਨੇ ਮੰਗਣ ਦੇ ਪਿੱਛੇ ਕਿਸੇ ਦੀ ਤਾਰੀਫ ਕੀਤੀ ਹੈ, ਕਿਸੇ ਦੀ ਮਹਿਮਾ ਗਾਈ ਹੈ। ਮਹਾਰਾਜ ਤੁਸੀਂ ਖਿਆਲ ਰੱਖ ਲਿਆ ਕਰੋ, ਤੁਸੀਂ ਫਿਕਰ ਕਰਿਆ ਕਰੋ। ਐਸਾ ਸਮਾਂ ਹੀ ਨਾ ਆਵੇ ਮੈਂ ਕਿਸੇ ਅੱਗੇ ਹੱਥ ਫੈਲਾਵਾਂ। ਅਸਨ ਬਸਨ ਕੋ ਲੋਭ ਮੋਰਾ, ਸੋ ਕਰਵਾਵਹਿ ਕਰ ਨਿਜ ਜੋਰਾ। ਅਗਲਾ ਬਚਨ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਗੱਡੇ ਨਹੀਂ ਚਾਹੀਦੇ, ਨਾ ਕੋਈ ਵੱਡਾ ਮਹਿਲ ਚਾਹੀਦਾ। ਮੇਰੀਆਂ ਤੇ ਛੋਟੀਆਂ ਛੋਟੀਆਂ ਲੋੜਾਂ, ਮੇਰਾ ਤੇ ਲਾਲਚ ਵੀ ਬਹੁਤ ਛੋਟਾ ਏ। ਉਹ ਕੀ ਹੈ? ਪਰਿਵਾਰ ਦੀ ਗੁਜ਼ਰ ਬਸਰ, ਪਦਾਰਥ, ਭੋਜਨ, ਕੱਪੜੇ। ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਧ ਕੇ ਕਿਸੇ ਵਸਤੂ ਦੀ ਲੋੜ ਨਹੀਂ। ਸੰਸਾਰ ਨੂੰ ਹੁੰਦੀ ਹੈ। ਅੱਜ ਮਨੁੱਖਾਂ ਨੂੰ ਪਦਾਰਥਾਂ ਦੀ ਲੋੜ ਨਹੀਂ। ਮਨੁੱਖ ਕਹਿੰਦਾ ਪੈਸੇ ਦੇ ਦਿਓ, ਆਪ ਹੀ ਖਰੀਦ ਲਾਂਗਾ, ਮਰਜ਼ੀ ਦੇ ਲੈ ਲਾਂਗਾ। ਪਰ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਮੈਨੂੰ ਤੇ ਲੋਭ ਹੀ ਨਹੀਂ ਕਿਸੇ ਚੀਜ਼ ਦਾ। ਮੈਂ ਤੇ ਲੋਕਾਂ ਕੋਲੋਂ ਮੰਗਦਾ ਸੀ, ਦਰ ਦਰ ਜਾ ਕੇ ਸਿਫਤ ਕਰਦਾ ਸੀ, ਸਿਰਫ ਇਸ ਲਈ ਕੋਈ ਪਹਿਨਣ ਨੂੰ ਵਧੀਆ ਕੱਪੜੇ ਦੇ ਦੇ, ਖਾਣ ਨੂੰ ਚੰਗਾ ਭੋਜਨ ਤੇ ਰਸਤ ਦੇ ਦੇ। ਤੇ ਜੇ ਸਤਿਗੁਰੂ ਇਹ ਚੀਜ਼ਾਂ ਤੁਸੀਂ ਬਖਸ਼ ਦੋਗੇ, ਅਸੀਂ ਫਿਰ ਕਿਉਂ ਮੰਗਾਂਗੇ। ਦੋਹਰਾ ਸੁਣ ਮਰਦਾਨੀ ਲੀ ਸਦਾ, ਸਭ ਕੀ ਸੁਧ ਕਰਤਾਰ। ਦੇਹ ਬਣੀ ਪਛਚਾਤ ਹੈ, ਪੂਰਬ ਬਨਾ ਆਹਾਰ। ਗੁਰੂ ਸਾਹਿਬ ਬੜੇ ਪਿਆਰ ਚ ਕਹਿੰਦੇ, ਮਰਦਾਨਿਆਂ ਸਰੀਰ ਬਾਅਦ ਵਿੱਚੋਂ ਬਣੇ ਨੇ, ਪਹਿਲੋਂ ਦੇਤਾ ਹੈ ਰਿਜ਼ਕ ਸੰਵਾਹਾ, ਪਿੱਛੋਂ ਦੇਤਾ ਹੈ ਸੰਤ ਉਪਾਹਾ। ਪਰਮਾਤਮਾ ਨੇ ਮਨੁੱਖਾ ਸਰੀਰ ਬਾਅਦ ਵਿੱਚੋਂ ਬਖਸ਼ਿਸ਼ ਕੀਤਾ ਹੈ,
पहला रिज़्क लिखे है, रोटी लिखी है, दाने लिखे ने, नत नथ खसम हथ, किरत धके दे, जहां दाने तहां खाने, नानका सच है। पातशाह कहते जिथे तेरा दाना पानी लिखिया तू चुग लेना है। भाई उस करते करतार ने दुनिया ते कोई ऐसा मनुख नहीं भेजिया जिहदी रोजी ना लिखी होवे। मनुख दी गल छड्डो, समुची सृष्टि दे विच कोई ऐसा जीव, ऐसा परिंदा, ऐसा कीड़ा, ऐसा कीट नहीं है जो जन्म लेके आया होवे ते रब ने रोटी ना लिखी होवे, भोजन ना लिखिया होवे। मर्द कहते तैनू फिकर नहीं, सो करता चिंता करे जिन्हें उपाया जग। चिंता ते उस करते वाहिगुरु नूं है जिन्हें संसार पैदा कीता, तू कादी कर। नानक चिंता मत करो, चिंता तिस ही है, जल मह जंत उपाय कहते ना भी रोजी दे। बंदिया तेनू ते हाथ पैर भी दिते उस परमात्मा ने, समुद्रां दे पानियां विच जीव पैदा कीते, पत्थरां विच प्रगट कीते ने, रोजी ते उन्हां नूं भी दित्ता है। मर्दानिया मंगना क्यों है? जब उस परमात्मा ने सब दे भोजन दी, सब दी रोटी दी व्यवस्था कीती हुई है, क्यों हाथ फैलाने? क्यों दर दर ते जाके आपा नीवा करना है? क्योंकि मंगण वाला ते सारा ही संसार है, तू संसार तो ना मंगया कर, आखो सतनाम मंगतियां तो मंग के तेरा की बन जाना है। मांगे उस परमात्मा तो, एक दाता सब जगत भिखारिया, हर जाचै मंग मंगना। एक अगे पल्ला दिया कर, एक करतार परमात्मा नूं अपने दिल दी गल दस, जो किसी नूं मंगण दी मुथाजी नहीं दिंदा। मुथाज नहीं बनाउंदा किसी नूं रब। जे उहने मुथाज बनाया हुंदा ते कर्म क्यों लिखदा, किरत क्यों लिखदा? गुरु साहब ने ताई किया भी जदों मनुख किरत करदा है, किरत कर्म के विछोड़े कर किरपा मिलो राम। तू अपने कीते हुए कम्मा करके विछड़िया हुए है, कीते कर्मा करके विछड़ गया रब तो, पर ओने तेरी रोजी हर थां ते लिखी, जिथे तू जाएगा तेरी किस्मत जाएगी। कदे ये होया भी अपना जन्म जेड़े पिंड होया ते किस्मत साडी साडे पिंड रहेगी। किसी प्रदेश विच चले जाओ, प्रदेश विच चले जाओ, रोजी बंदे दे नाल नाल चलदी है, किस्मत योगी ओदे नाल है, दाना पानी ओदे नाल है, जांदा ही उत्ते जिथे ओने चोख लागी है। पातशाह ने बड़ा सोहना उपदेश दिता, मर्दानिया कादी चिंता करदा है, कपड़े भोजन वस्त्र जिन्हां जीवां दे हाथ पैर भी नहीं हुंदे, रोटी ते परमात्मा उन्हां नूं भी देवे। तू ना मंग, सिर्फ एक करतार करते दी नित इबादत करया कर। चौपई मिल कलो तनिया जमत, उन्हें अपना आवाहित ताता। भाई मर्दाना जी ने सतगुरां दे कोलों रबाब दा गुण ले लिया, भाव संगीतक विद्या। कला संगीत नहीं, रूहानियत नाल है। कला संगीत नर्त बन जाता है जे रूहानियत ना होवे, कला गीत गीत रह जाता है जे अंदर प्रेम ना होवे, फुकट है। गुरु साहब ने जिथे रबाब दी विद्या भाई मर्दानी नूं बख्शिश कीती है, उथे लियाकत, निम्रता, हलीमी ते बड़प्पन भी बख्शे है। ये सारे गुण गुरु साहब ने देते। मर्द कहते सबर ते संतोख रखी, मर्दानिया दर दर ते ना मंगी, थां थां ते ना भटकी। एक उपदेश गुरु साहब ने इधर बख्शिश कीता है, उधर सतगुर सच्चे पातशाह जी के पिता जी अगले जान की तैयारी कर रहे हैं। अपने धी जवाई दे कोल कुछ पल बैठे हन, वैसे निकट एक पर्यंका, देखे सुत को बदन अमंका। तो अगला दिन चढ़िया, गुरु साहब भी सवेर वेले घरे ने, मोदी खाने अजे नहीं गए क्योंकि पिताजी ने परिवार ने वधाई लेनी है। हुण इक्को पलंगे ते सारा परिवार बैठा है, सामने वाले पलंगे ते गुरु साहब आप बैठे ने। गुरु नानक साहब पिता अपने पुत्र दा चौड़ा मथा वेख रहे हैं जो चमकदा है इलाही नूर दे नाल। बड़े ख्वाब आए मन, बड़े ख्याल आए। बार बार गुरु नानक साहब जी दे चेहरे नूं सतगुरां दे पिता तकदे हन।
ਸਾਧਕ ਨਹੀਂ ਕਰ ਸਿਖਵਣ ਦੇ, ਇਕੱਠੋ ਦਰਬ ਕਰਨ ਕੀ ਜੇ। ਉਹ ਸਾਰਾ ਹੀ ਪਰਿਵਾਰ ਬੈਠਾ ਹੈ। ਸਤਿਗੁਰਾਂ ਦੇ ਪਿਤਾ ਮਹਿਤਾ ਕਾਲੂ ਜੀ ਇਕੱਲੇ ਹੀ ਬੋਲ ਰਹੇ ਨੇ, ਆਪਣੇ ਪੁੱਤ ਨੂੰ ਸੰਬੋਧਨ ਕਰਕੇ ਸਿੱਖਿਆ ਦਿੰਦੇ ਨੇ, ਪੁੱਤ ਕਮਾਇਆ ਕਰ, ਸਿੱਖਿਆ ਸੰਭਾਲਿਆ, ਕਮਾਉਂਦੀ ਤੇ ਦੁਨੀਆ। ਜਿਹਨੂੰ ਮਰਦੀ ਛੇੜ ਕੇ ਪੁੱਛੋ, ਕਹਿੰਦਾ ਯਾਰ ਇੰਨੇ ਸਾਲ ਨੌਕਰੀ ਕੀ, ਕਮਾਇਆ ਕੀ ਹੈ? ਕਮਾਇਆ ਵੀ ਬੜਾ ਹੈ, ਉਡਾਇਆ ਵੀ ਬੜਾ ਹੈ। ਇਹ ਸਮਾਜ ਦੀ ਜ਼ਿੰਦਗੀ ਹੋਣਾ ਏਦਾਂ ਹੀ ਚਾਹੀਦਾ ਹੈ। ਜਿੰਨਾ ਕੁ ਕਮਾ ਲਿਆ ਉਹਨਾਂ ਕੁ ਵਰਤ ਲਓ, ਕਿਉਂਕਿ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੀ ਦਾ। ਪੁਰਾਣੇ ਸਮੇਂ ਦੇ ਅਖਾਣ ਹੁੰਦੇ ਸੀ, ਸਾਡਾ ਕੀ ਹੈ ਜੋ ਅਸੀਂ ਵਰਤ ਲਿਆ, ਸਾਡਾ ਉਹੀ ਹੈ ਜੋ ਅਸੀਂ ਪਹਿਨ ਲਿਆ। ਜੋ ਅਸੀਂ ਜਮਾ ਪੂੰਜੀ ਰੱਖੀ ਹੋਈ ਉਹ ਸਾਡੀ ਨਹੀਂ ਹੈ, ਨਾ ਹੀ ਕਦੇ ਸਾਡੇ ਕੰਮ ਹੋਈ। ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਸਿੱਖਿਆ ਦੇ ਰਹੇ ਨੇ। ਹੁਣ ਪਰਮਾਰਥ ਤੋਂ ਉਲਟ ਹੈ ਸਿੱਖਿਆ। ਸਮਾਜ ਚਲਾਉਣ ਵਾਸਤੇ ਕਿਤੇ ਨਾ ਕਿਤੇ ਜ਼ਰੂਰੀ ਵੀ ਹੈ। ਕਹਿੰਦੇ ਪੁੱਤ ਕਮਾਈ ਤੇ ਤੂੰ ਬਥੇਰੀ ਕਰਦਾ ਹੈ, ਗੱਲ ਤੇ ਤਾਂ ਬਣੂ ਜੇ ਸਾਂਭੇਗਾ। ਮਰਦ ਚੁੱਪ ਕਰਕੇ ਸੁਣ ਰਹੇ, ਉਹਨਾਂ ਨੂੰ ਪਤਾ ਹੈ ਕਰਨਾ ਉਹੀ ਹੈ ਜੋ ਰੱਬ ਨੂੰ ਹੁੰਦਾ ਹੈ। ਮਾਪਿਆਂ ਨੂੰ ਜਵਾਬ ਦੇ ਕੇ ਦਿਲ ਨਹੀਂ ਤੋੜਨਾ। ਪਿਤਾ ਦੀ ਥੋੜੀ ਉੱਚੀ ਲਾਊਡ ਆਵਾਜ਼ ਵਿੱਚ ਆਖਦੇ ਆ, ਪੁੱਤਰ ਜੋ ਕੁਝ ਪਹਿਲਾਂ ਹੋ ਗਿਆ ਸੋ ਹੋ ਗਿਆ, ਹੁਣ ਧਿਆਨ ਰੱਖੀ, ਚੰਗੀ ਪੂੰਜੀ ਜਮਾ ਕਰ ਲੈ, ਤੇਰੇ ਹੀ ਕੰਮ ਆਉਣੀ ਹੈ। ਖਰਚ ਬਿਹਾ ਕੋ ਕਰੋ ਤਿਆਰੀ, ਧਨ ਚਾਹਤ ਹੈ ਤਿਸ ਦਿਨ ਭਾਰੀ। ਪਿਤਾ ਜੀ ਨੇ ਤਰੀਕਾ ਸੋਚਿਆ, ਕਹਿੰਦੇ ਪੁੱਤ ਤੇਰੇ ਵਿਆਹ ਤੇ ਅਸੀਂ ਪੈਸਾ ਨਹੀਂ ਖਰਚਣਾ, ਜਿੰਨਾ ਤੂੰ ਕਮਾ ਲਏਗਾ ਉਹੋ ਜਿਹਾ ਹੀ ਵਿਆਹ ਕਰ ਦਿਆਂਗੇ। ਜੇ ਵੱਧ ਮਾਇਆ ਕਮਾਏਗਾ ਵੱਡਾ ਕਰ ਦਾਂਗੇ ਵਿਆਹ, ਮਤਲਬ ਚੰਗਾ ਸਮਾਗਮ ਹੋ ਜਾਊਗਾ। ਜੇ ਮਾਇਆ ਘੱਟ ਹੋਊਗੀ ਫਿਰ ਉਹੋ ਜਿਹਾ ਹੀ ਹੈ। ਇਹ ਤੇਰੇ ਹੱਥ ਹੈ, ਵਿਆਹ ਅਸੀਂ ਕਰਾਂਗੇ, ਖਰਚਾਂਗੇ ਅਸੀਂ, ਪਰ ਇਕੱਠੇ ਤੂੰ ਕਰਨੇ ਨੇ। ਸੁਭਾਵਿਕ ਗੱਲ ਅੱਜ ਵੀ ਮਾਂ-ਬਾਪ ਬੱਚਿਆਂ ਨੂੰ ਸਮਝਾਉਣ ਲਈ ਕਹਿੰਦੇ ਪੁੱਤ ਉਮਰ ਹੋ ਗਈ ਵਿਆਹ ਦੀ, 4 ਪੈਸੇ ਜੋੜ ਲੈ, ਕੰਮ ਆਉਣਗੇ ਤੇਰੇ। ਗੁਰੂ ਸਾਹਿਬ ਦੇ ਪਿਤਾ ਉਹੀ ਗੱਲਾਂ ਕਰਦੇ ਨੇ, ਮੋਹ ਦੀਆਂ ਮਾਰੀਆਂ ਗੱਲਾਂ। ਹੁਣ ਇੱਕ ਸੋਚਣ ਵਾਲੀ ਗੱਲ ਹੈ, ਰੱਬ ਦੇ ਪਿਤਾ ਮੋਹ ਕਿਉਂ ਨੇ ਜੀ? ਨਹੀਂ, ਉਹ ਵਿੱਚ ਨਹੀਂ ਨੇ, ਸਤਿਗੁਰਾਂ ਆਪ ਪਾਏ ਹੋਏ ਨੇ। ਆਖੋ ਸਤਿਨਾਮ ਭਰਮ ਦਾ ਝਾੜ, ਕੱਟਣ ਵਾਲੇ ਵੀ ਆਪ ਨੇ, ਪਾਉਣ ਵਾਲੇ ਵੀ ਆਪ। ਰੱਬ ਦੇ ਪਿਤਾ ਉਹ ਕਿਹੋ ਜਿਹੇ ਹੋਣਗੇ? ਰੱਬ ਵਰਗੇ ਹੀ ਹੁੰਦੇ। ਜਿਹਨੇ ਉਸ ਪਰਮਾਤਮਾ ਨੂੰ ਸਰਗੁਣ ਸਰੂਪ ਵਿੱਚ ਅਵਤਾਰ ਦਿੱਤਾ, ਉਹ ਮਾਪੇ ਪੂਜਣ ਯੋਗ ਨੇ ਨਾ। ਤੇ ਗੁਰੂ ਸਾਹਿਬ ਦੇ ਪਿਤਾ ਜੀ ਭੋਲੀਆਂ ਗੱਲਾਂ ਕਰਕੇ ਕਹਿੰਦੇ ਪੁੱਤਰ ਤੈਨੂੰ ਸਿੱਖਿਆ ਮਾਪਿਆਂ ਦੀ ਇਹੀ ਹੈ, ਜਿੱਦਣ ਅਸੀਂ ਮਰ ਗਏ ਕਿਸੇ ਨੇ ਨਹੀਂ ਤੈਨੂੰ ਸਮਝਾਉਣਾ। ਕਮਾ ਲਿਆ ਕਰ 4 ਪੈਸੇ, ਜਿੰਨੇ ਕਮਾਏਗਾ ਤੇਰੇ ਹੀ ਕੰਮ ਆਉਣਗੇ। ਅਸ ਪ੍ਰਕਾਰ ਕੀ ਕੈ ਬਿਦਨਾਨਾ, ਸੁਣ ਸ੍ਰੀ ਨਾਨਕ ਬਾਖ ਬਖਾਨਾ। ਜਦੋਂ ਪਿਤਾ ਜੀ ਦੇ ਬਚਨਾਂ ਨੂੰ ਸੁਣਿਆ, ਗੁਰੂ ਨਾਨਕ ਸਾਹਿਬ ਮਹਾਰਾਜ ਤਕਰੀਬਨ ਘੰਟਾ ਸਵਾ ਘੰਟਾ ਬਚਨ ਸੁਣਦੇ ਰਹੇ। ਹੁਣ ਬਾਪੂ ਜੀ ਦੇ ਬਚਨ ਤੱਤੇ ਠੰਡੇ ਨੇ, ਕਦੇ ਕਦੇ ਗਰਮ ਹੋ ਜਾਂਦੇ ਆ, ਕਦੇ ਕਦੇ ਮੋਹ ਜਾ ਕੇ ਬੜੇ ਪਿਆਰ ਵਿੱਚ, ਪੁੱਤ ਤੂੰ ਬਹੁਤ ਸਿਆਣਾ ਹੈ। ਇਹ ਮਾਪਿਆਂ ਦਾ ਤਰੀਕਾ ਹੁੰਦਾ ਹੈ, ਨਾਲੇ ਤੇ ਝੰਡ ਲਾਈ ਜਾਂਦੇ ਨੇ, ਨਾਲੇ ਸਿਫਤ ਕਰੀ ਜਾਂਦੇ ਨੇ। 2 ਮਿੰਟ ਜੀ ਕਹਿੰਦੇ ਪੁੱਤ ਤੇਰੇ ਵਰਗਾ ਲਾਇਕ ਪੁੱਤ ਨਹੀਂ। ਥੋੜੀ ਦੇਰ ਬਾਅਦ ਕਹਿੰਦੇ ਜੇ ਤੂੰ ਨਹੀਂ ਜਾਂਦਾ ਤਾਂ ਚੰਗਾ ਸੀ, ਤੇ ਘਾਟੇ ਦੀ ਦੁਕਾਨ। ਗੁਰੂ ਸਾਹਿਬ ਨੇ ਕੁਛ ਨਹੀਂ ਕਿਹਾ, ਸੁਣੀ ਜਾਂਦੇ ਆ, ਕਿਉਂਕਿ ਪਿਤਾ ਬੋਲਦੇ ਆ, ਵੱਡਿਆਂ ਦਾ ਅਦਬ ਹੈ, ਸਤਿਕਾਰ ਹੈ। ਥੋੜੀ ਦੇਰ ਬਾਅਦ ਸਤਿਗੁਰਾਂ ਨੇ ਪਿਤਾ ਜੀ ਨੂੰ ਜਵਾਬ ਦਿੱਤਾ ਏ, ਹੋਰ ਪਤ ਰਾਈ ਬੁਲਾਰ ਉਦਾਰਾ, 300 ਭੰਨੇ ਆਨੰਦ ਹਮਾਰਾ। ਬਾਦ ਕਹਿੰਦੇ ਪਿਤਾ ਜੀ ਜੋ ਤੁਸੀਂ ਕਿਹਾ ਸਤ ਬਚਨ, ਤੁਹਾਡੀ ਹਰ ਗੱਲ ਸਿਰ ਮੱਥੇ ਪ੍ਰਵਾਨ ਹੈ। ਹੁਣ ਸਾਡਾ ਵੀ ਬਚਨ ਸੁਣ ਲਿਓ, ਜਦੋਂ ਪਿੰਡ ਜਾਓਗੇ ਨਾ, ਸਾਡੇ ਵੱਲੋਂ ਰਾਏ ਬਲਾਰ ਜੀ ਨੂੰ ਚਰਨ ਬੰਦਨਾ ਕਰ ਦਿਓ। ਆਖੋ ਸਤਿਨਾਮ। ਸਾਡਾ ਸੁਨੇਹਾ ਵੀ ਦਿਓ, ਤੁਹਾਡਾ ਤੇ ਮਿਲ ਹੀ ਜਾਂਦਾ ਹੈ। ਕੋਈ ਰਿਸ਼ਤੇਦਾਰਾਂ ਦਾ ਵੀ ਲਾਭਾ ਲੈ ਆਉਂਦਾ, ਬਾਪੂ ਕਹਿੰਦਾ ਪੈਸੇ ਕਮਾ। ਜੇ ਕੋਈ ਆ ਕੇ ਮਿਲਦਾ ਮਿੱਤਰ ਦੋਸਤ, ਉਹ ਵੀ ਇਹ ਸੁਨੇਹਾ ਲੈ ਕੇ ਆਉਂਦਾ ਹੈ, ਸਤਿਗੁਰੂ ਜੀ ਬਾਪੂ ਜੀ ਕਹਿੰਦੇ ਆ ਪਤਾ ਕਰਕੇ ਆਓ ਪੁੱਤ ਨੇ ਕਿੰਨੀ ਕੁ ਕਮਾਈ ਤੁਹਾਨੂੰ ਜੁੜਿਆ ਹੋਇਆ। ਉਹ ਤੇ ਚਲੋ ਰੂਟੀਨ ਦੇ ਸੱਦੇ ਆ, ਰੋਜ਼ ਦੀਆਂ ਗੱਲਾਂ ਨੇ। ਮਹਾਰਾਜ ਬੜੇ ਪਿਆਰ ਚ ਆ ਕੇ ਕਹਿੰਦੇ ਬਾਪੂ ਜੀ ਮੈਂ ਤੁਹਾਡੀ ਹਰ ਗੱਲ ਮੰਨਾਂਗਾ, ਹਰ ਗੱਲ ਤੇ ਫੁੱਲ ਚੜਾਵਾਂਗਾ, ਕਿਰਪਾ ਕਰਕੇ ਸਾਡੀ ਫਤਿਹ। ਫਤਿਹ ਸ਼ਬਦ ਬੜੇ ਲੰਬੇ ਸਮੇਂ ਤੋਂ ਪ੍ਰਚਲਿਤ ਹੈ,
खालसे की फतेह बड़े अलग तरीके की है। पर फतेह का मतलब की होता है? नमस्कार करनी, सिर झुकाना, पैरी पैना, प्रणाम करनी। महाराज कहते साडी फतेह बुला लियो, साडे वालों प्रणाम कर दियो, क्योंकि बड़ा लंबा समा हो गया उन्हां दे दीदार नहीं होए। री सुत ते प्रेम बच सुन काना, तलवंडी पुन कीन पियाना। सतगुਰਾਂ ਦੇ ਪਿਤਾ ਕਹਿੰਦੇ ठीक है पुत, तेरा मैं स्नेहा दे दियागा। लेके आ गया ਮਹਿਤਾ कल्याण चंद जी, तैयार हो गए, गड्ढे जोड़े गए, जिवें आए सी सारा ही परिवार। उसी तरह मेल मिलाप तो बाद इथों रवाना होण लग्या ਏ। ताज कर क्रम क्रम सो मग सगरा, जाए परवेशे सुख सो नगरा। सतगुਰਾਂ ਦੇ ਦਾਦਾ शिवराम बड़े प्रेम नाल मिले, चाचा लाल चंद जी, नानी भराई जी, नाना रामा जी, मामा कृष्णा जी। कहते सब ने गुरु साहब नूं गलवकड़ियां पाईयां, असीसां दित्तियां, प्यार दिता। गड्ढे ते सवार होके कहते कदम दर कदम चले। ਇਹ ਕਾਫਲਾ ਸੁਲਤਾਨਪੁਰ ਲੋਧੀ ਤੋਂ ਨਿਕਲੇ ਹੈ, ਰਾਏ ਭੋਏ ਦੀ ਤਲਵੰਡੀ ਦੇ ਰਾਹ ਪੈ ਗਿਆ। ਪਿਤਾ ਜੀ ਬਹੁਤ ਖੁਸ਼ ਨੇ, ਪੁੱਤਰ ਦਾ ਸ਼ਗਨ ਹੋ ਗਿਆ। ਹੁਣ ਵਿਆਹ ਵੱਡਾ ਨਹੀਂ ਹੁੰਦਾ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਸ਼ਗਨ ਵੱਡਾ ਹੁੰਦਾ ਹੈ। ਵਿਆਹ ਤੇ ਹੋਈ ਜਾਣਾ ਹੁੰਦਾ ਇੱਕ ਦਿਨ, ਮਾਪਿਆਂ ਨੂੰ ਸ਼ਗਨ ਦਾ ਹੀ ਔਖਾ ਹੁੰਦਾ ਹੈ, ਕਿੱਥੇ ਹੋਊ, ਕਿਵੇਂ ਹੋਊ, ਕਿੱਦਾਂ ਹੋਊ। ਭਾਵੇਂ ਕਿ ਸ਼ਗਨ ਚ ਟਾਈਮ ਬਹੁਤ ਘੱਟ ਲੱਗਦਾ, ਖਰਚਾ ਵੀ ਘੱਟ ਹੈ, ਪਰ ਹੈ ਵੱਡਾ, ਕਿਉਂਕਿ ਨੀਂਹ ਪੱਥਰ ਹੈ ਇੱਕ ਪਰਿਵਾਰ ਦਾ, ਇੱਕ ਜੋੜ ਹੈ। ਪਿਤਾ ਜੀ ਬੜੇ ਖੁਸ਼ ਹੁੰਦੇ ਜਾ ਰਹੇ ਨੇ ਜੀ, ਬੜੀ ਖੁਸ਼ੀ ਹੈ ਪਰਿਵਾਰ 'ਚ, ਖੁਸ਼ੀ ਦਾ ਆਨੰਦ ਹੈ। ਮਾਂ ਤੇ ਪਿਤਾ ਫੁੱਲੇ ਨਹੀਂ ਸਮਾ ਰਹੇ, ਅੱਖਾਂ ਵਿੱਚ ਖੁਸ਼ੀ ਦੇ ਹੰਝੂ ਨੇ, ਪੁੱਤਰ ਨੂੰ ਮਿਲ ਕੇ ਚੱਲੇ ਨੇ। ਕੁਸ਼ਲ ਸੰਦੇਸ਼ ਸੁਣੇ ਸਭ ਰਾਉ, ਉਨ ਕਾਵਲ ਭਾ ਮਿਰਦੁਲ ਸੁਭਾਉ। ਹੁਣ ਸਤਿਗੁਰਾਂ ਦੇ ਪਿਤਾ ਜੀ ਸਭ ਤੋਂ ਪਹਿਲਾਂ ਕਿੱਥੇ ਜਾਣਗੇ? ਰਾਏ ਬੁਲਾਰ ਜੀ ਕੋਲ, ਕਿਉਂਕਿ ਜਦੋਂ ਆਉਣ ਲੱਗੇ ਸੀ ਉਦੋਂ ਵੀ ਮਿਲ ਕੇ ਪਹਿਲਾਂ ਇਹਨਾਂ ਨੂੰ ਹੀ ਆਏ। ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਦਾ ਸੁਨੇਹਾ ਪਹਿਲਾਂ ਪਿਤਾ ਨੇ ਦਿੱਤਾ, ਬੇਸ਼ੱਕ ਉਹ ਭੁੱਲ ਗਏ ਸੀ, ਸਤਿਗੁਰਾਂ ਯਾਦ ਕਰਾਇਆ ਜੀ ਉਹਨਾਂ ਦਾ ਕੀ ਹਾਲ ਹੈ। ਪਰ ਅੱਜ ਇਸੇ ਕਰਕੇ ਪਿਤਾ ਜੀ ਸਤਿਗੁਰਾਂ ਦਾ ਬਚਨ ਲੈ ਕੇ ਚੱਲੇ ਨੇ ਵੀ ਜਾ ਕੇ ਸੁਖ ਸਾਂਦ ਕਹਦੇ ਆ, ਗੁਰੂ ਸਾਹਿਬ ਦੀ ਪ੍ਰਣਾਮ, ਉਹਨਾਂ ਦੀ ਬੰਦਨਾ ਮੈਂ ਰਾਜੇ ਨੂੰ ਕਰਦੇ ਆ। ਧਰ ਕਰ ਔਰ ਮਿਹ ਮੂਰਤ ਧਿਆਨਾ, ਬੰਦੇ ਪਦ ਜਨ ਨਿਜ ਢਿਗ ਜਾਨਾ। ਉਧਰ ਰਾਏ ਬੁਲਾਰ ਜੀ ਬੇਸ਼ੱਕ ਉਹ ਸਰੀਰ ਕਰਕੇ ਦੂਰ ਨੇ, ਪਰ ਸੁਰਤ ਕਰਕੇ, ਖਿਆਲ ਕਰਕੇ, ਧਿਆਨ ਕਰਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਠੇ ਪੈਰ ਹੀ ਰਹਿੰਦੇ, ਹਰ ਵੇਲੇ ਧਿਆਨ ਉਹਨਾਂ ਦਾ ਉੱਥੇ ਹੈ। ਤੇ ਗੁਰੂ ਸਾਹਿਬ ਦੇ ਪਿਤਾ ਜਾ ਰਹੇ ਨੇ, ਰਾਏ ਬੁਲਾਰੇ ਸੋਚਦੇ ਨੇ ਮੇਰੇ ਸੱਜਣ ਦਾ, ਮੇਰੇ ਪਿਆਰੇ ਦਾ ਕੀ ਸੁਨੇਹਾ ਆਏਗਾ, ਕਿਉਂਕਿ ਇਹਨਾਂ ਨੇ ਵੀ ਪ੍ਰਣਾਮ ਭੇਜੀ ਸੀ। ਪਿਤਾ ਜੀ ਨੇ ਤੇ ਕਹਿਤਾ ਸੀ ਵੀ ਤੁਹਾਡੇ ਨੌਕਰ ਨੇ, ਤੁਹਾਡੇ ਉਹ ਸੇਵਾਦਾਰ ਨੇ, ਤੁਸੀਂ ਉਹਨਾਂ ਦੇ ਸਵਾਮੀ ਮਾਲਕ ਹੋ। ਪਰ ਰਾਏ ਬੁਲਾਰ ਕਹਿੰਦੇ ਅੱਜ ਕਹਿਤਾ ਗੋਰਾ ਕਹਿੰਦੇ ਮੈਂ ਸੇਵਕ ਹਾਂ, ਉਹ ਮੇਰੇ ਸਵਾਮੀ ਪਾਤਸ਼ਾਹ ਨੇ, ਸਭ ਕੁਝ ਉਹਨਾਂ ਦਾ ਦਿੱਤਾ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਸੁਰਤ ਤੋਂ, ਰੂਹਾਨੀਅਤ ਤੋਂ ਰਾਏ ਬੁਲਾਰ ਜੀ ਪ੍ਰੇਮ ਕਰਦੇ ਨੇ। ਜਥਾ ਵਰਤਾ ਭਈ ਸਗਾਈ, ਤਥਾ ਚੌਪਈ ਮਾਂਜ ਬਣਾਈ। ਸਭ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਿਤਾ ਨੇ ਰਾਏ ਬੁਲਾਰ ਜੀ ਨੂੰ ਸਗਾਈ ਦੀ, ਸ਼ਗਨ ਦੀ ਖੁਸ਼ਖਬਰੀ ਸੁਣਾਈ। ਕਹਿੰਦੇ ਅੱਖਾਂ 'ਚ ਅਥਰੂ ਆ ਗਏ ਖੁਸ਼ੀ ਦੇ ਬਚਨ ਸੁਣ ਕੇ, ਸੁੱਖ ਸ਼ਾਂਤੀ ਨਾਲ ਸਾਰਾ ਕੁਝ ਹੋਇਆ, ਸ਼ਾਂਤੀ ਨਾਲ ਹੋ ਗਿਆ ਸਾਰਾ ਕੁਝ। ਰਾਏ ਬੁਲਾਰ ਕਹਿੰਦੇ ਮੇਰੇ ਲਈ ਕੀ ਸੁਨੇਹਾ ਹੈ? ਸਤਿਗੁਰਾਂ ਦੇ ਪਿਤਾ ਹੁਣ ਖੁਸ਼ ਬੜੇ ਆ ਜੀ, ਕਿਉਂਕਿ ਖੁਸ਼ੀ ਜੋ ਆਏ ਵੀ ਪੁੱਤ ਕੰਮ ਬਹੁਤ ਵੱਡਾ ਕਰਦਾ, ਰਿਸ਼ਤਾ ਵੀ ਹੋ ਗਿਆ, ਚਲੋ ਘਰ ਪਰਿਵਾਰ ਠੀਕ ਹੋ ਗਿਆ, ਸੈੱਟ ਹੋ ਗਿਆ, ਵਧੀਆ। ਹੁਣ ਇਸੇ ਖੁਸ਼ੀ 'ਚ ਆਖਣ ਲੱਗੇ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਚਰਨ ਬੰਦਨਾ ਭੇਜੀ ਹੈ। ਜਦੋਂ ਆ ਬਚਨ ਸੁਣਿਆ ਰਾਏ ਬੁਲਾਰ ਜੀ ਨੇ ਉਸੇ ਵੇਲੇ ਸੁਲਤਾਨਪੁਰ ਲੋਧੀ ਦੀ ਤਰਫ ਸੀਸ ਨਵਾ ਕੇ ਆਖਿਆ, ਪਰਮਾਤਮਾ ਜੀਓ ਤੇਰੇ ਚਰਨਾਂ ਵਿੱਚ ਬਾਰ ਹੀ ਬੰਦਨਾ ਆਖੋ ਸਤਨਾਮ। ਇੰਨੀ ਖੁਸ਼ੀ, ਇੰਨਾ ਚਾਅ, ਉਹ ਜਿਹੜਾ ਰੱਬ ਜਿਹਨੂੰ ਦੁਨੀਆ ਯਾਦ ਕਰਦੀ ਹੈ ਉਹ ਸਾਨੂੰ ਵੀ ਚੇਤੇ ਕਰਦਾ ਹੈ, ਬੜੀ ਵੱਡੀ ਗੱਲ ਹੈ। ਤੁਸੀਂ ਜਿਹਨੂੰ ਮਰਜ਼ੀ ਚਾਹੋ ਅਲੱਗ ਗੱਲ ਹੈ, ਜਿਹਨੂੰ ਚਾਹ ਰਹੇ ਹੋ ਕੀ ਤੁਹਾਨੂੰ ਰੋਜ਼ਾਉਣਾ ਹੈ, ਇਹ ਵੱਡਾ ਪਣ ਹੈ।
रब रब रोज करते हैं कि रब सानू चेते करता है। जिदन गुरसिख बन जाएंगे, पूर्ण हो जाएंगे, गुरु की किरपा किहनूं कहते हैं? किरपा तो भाव उहदी नज़र च आ जाना, उहदे खासां विच आ जाना। आज सारी दुनिया रब नूं मत्था टेकदी, कौन नहीं टेकदा जी? पर सारे नहीं, ਜਿਹੜੇ ਉਹਦੀ ਨਜ਼ਰ 'ਚ ਆ ਗਏ, ਨਜ਼ਰ ਸਾਮੀ ਹੇਠਾਂ ਆ ਗਏ, ਉਹਦੇ ਭਗਤ ਬਣ ਗਏ ਨਾ, ਉਹਦੇ ਕਰੀਬੀ ਹੋ ਗਏ, ਤੇ ਰੱਬ ਫਿਰ ਆਪਣੇ ਪਿਆਰਿਆਂ ਦਾ ਚੇਤਾ ਰੱਖਦਾ। ਆਖੋ ਸਤਿਨਾਮ। ਜਿਵੇਂ ਉਹ ਜੁੜੇ ਰਹਿੰਦੇ ਨੇ, ਉਹ ਸੱਜਣ ਵੀ ਆਪਣੇ ਸੱਜਣਾਂ ਦੇ ਖਿਆਲ 'ਚ ਰਹਿੰਦੇ। ਰਾਏ ਗੁਲਾਰ ਬੜੇ ਖੁਸ਼ ਹੋਏ। ਕਵੀ ਜੀ ਕਹਿੰਦੇ ਮੈਂ ਚੌਪਈ ਦੇ ਰੂਪ ਦੇ ਵਿੱਚ ਇਸ ਪ੍ਰਸੰਗ ਦਾ ਵੇਰਵਾ ਦਿੱਤਾ ਏ। ਯੋ ਧਿਆਏ ਪੂਰਨ ਸੁਖ ਮੂਰਾ, ਭਜ ਸੰਤੋਖ ਸਿੰਘ ਗੁਰ ਪਗ ਚੂਰਾ। ਮਹਾਕਵੀ ਭਾਈ ਸੰਤੋਖ ਸਿੰਘ ਜੀ ਇਸ ਅਧਿਆਇ ਨੂੰ, ਪ੍ਰਸੰਗ ਨੂੰ ਸਮਾਪਤ ਕਰਦੇ ਹੋਏ ਸ਼ੁਕਰ ਸਤਿਗੁਰਾਂ ਦਾ ਕਰਦੇ ਨੇ। ਕਹਿੰਦੇ ਪਾਤਸ਼ਾਹ ਮੈਂ ਤੇਰੇ ਚਰਨਾਂ ਦੀ ਧੂੜ ਹੈ ਗੁਰੂ ਨਾਨਕ ਸਾਹਿਬ ਜੀਓ। ਆਪ ਜੀ ਦੀ ਕਿਰਪਾ ਸਦਕਾ ਆਪ ਜੀ ਦੇ ਸ਼ਗਨਾਂ ਦੇ ਪ੍ਰਸੰਗ ਸੰਪੂਰਨ ਹੋਏ। ਕਿਰਪਾ ਰੱਖੇ, ਕਿਰਪਾ ਜੀਵਨ ਵਿੱਚ ਆਏ। ਅਸੀਂ ਆਪ ਜੀ ਦੇ ਗੁਣਾਂ ਨੂੰ ਇਸੇ ਤਰ੍ਹਾਂ ਗਾਉਂਦੇ ਰਹੀਏ। ਦੋਹਰਾ ਸ੍ਰੀ ਸਤਿਗੁਰੂ ਸਹਾਈ ਮਮ, ਸਿਮਰ ਸਿਮਰ ਸੁਖ ਪਾਈ। ਦਾਰਦ ਕਲ ਮਲ ਮਲ ਦਲਨ, ਜੈ ਜੈ ਸ੍ਰੀ ਹਰਿ ਰਾਏ। ਅਗਲੇ ਪ੍ਰਸੰਗ ਦੀ ਆਰੰਭਤਾ ਕਰਦੇ ਨੇ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਹੈ। ਇਹ ਪਰਉਪਕਾਰੀ ਪਾਤਸ਼ਾਹ ਸਾਡੇ ਅਵਗਣ ਨਾ ਵੇਖੇ, ਮੇਰੇ ਗੁਨਾਹ ਨਾ ਚੇਤੇ ਕਰਿਓ। ਮੈਂ ਅਵਗਣਾਂ ਦਾ ਭਰਿਆ ਹੋਇਆ, ਹਰ ਪੈਰ ਪੈਰ, ਹਰ ਕਦਮ ਕਦਮ, ਹਰ ਸਵਾਸ ਸਵਾਸ ਮੈਂ ਗੁਨਾਹ ਕਰਦਾ ਹਾਂ, ਮੈਂ ਮੰਨਦਾ। ਪਰ ਆਪ ਜੀ ਦੀ ਕਿਰਪਾ ਸਦਕਾ ਇਸ ਇਤਿਹਾਸ ਨੂੰ ਸੁਣਾ ਰਿਹਾ, ਲਿਖ ਰਿਹਾ, ਸ਼ਰਧਾਬੰਦੀ ਦੇ ਵਿੱਚ ਅੰਕਿਤ ਕਰ ਰਿਹਾ। ਕਿਰਪਾ ਕਰਕੇ ਸਹਾਈ ਹੋਇਓ, ਕਿਉਂਕਿ ਆਪ ਔਗਣਾਂ ਨੂੰ ਕੱਟ ਦਿੰਦੇ ਹੋ, ਦੁੱਖਾਂ ਰੋਗਾਂ ਨੂੰ ਆਪ ਜੀ ਨਿਵਰਤ ਕਰਦੇ ਹੋ। ਸ੍ਰੀ ਬਾਲਾ ਸੰਧਰ ਵਾਚ ਚੌਪਈ, ਸੁਣ ਸ੍ਰੀ ਅੰਗਦ ਕਰਨਾ ਖਾਲੀ। ਗੁਰੂ ਨਾਨਕ ਕੀ ਕਥਾ ਮਹਾਨੀ। ਭਾਈ ਬਾਲਾ ਜੀ ਕਹਿੰਦੇ ਐ ਗੁਰੂ ਅੰਗਦ ਦੇ ਪਾਤਸ਼ਾਹ ਦਾਤਾਰ ਜੀਓ, ਆਓ ਹੁਣ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਅਗਲੀ ਕਥਾ ਸੁਣਾਵਾਂ। ਤੁਸੀਂ ਕਰੁਣਾ ਦਇਆ ਦੇ ਸਮੁੰਦਰ ਹੋ, ਸਾਗਰ ਕਿਰਪਾ ਰੱਖੇ, ਕਿਉਂਕਿ ਇਸ ਕਥਾ ਨੂੰ ਸਤਿਗੁਰੂ ਦੂਜੇ ਪਾਤਸ਼ਾਹ ਸਰੋਤਿਆਂ ਵਾਂਗ ਬੈਠ ਕੇ ਸੁਣਦੇ ਆ। ਇਹ ਨਹੀਂ ਵੀ ਬਹੁਤ ਵੱਡੇ ਰੁਤਬੇ ਤੇ ਮਾਣ ਕਰਕੇ ਬੈਠਦੇ, ਨਹੀਂ, ਬੜੀ ਨਿਮਰਤਾ ਵਿੱਚ ਸੰਗਤ ਵਿੱਚ ਬੈਠ ਕੇ ਗੁਰੂ ਸਾਹਿਬ ਭਾਈ ਬਾਲਾ ਜੀ ਨੂੰ ਉੱਚੀ ਥਾਵੇਂ ਬਿਠਾ ਕੇ ਆਪ ਸਰਵਣ ਕਰਦੇ ਆ। ਭਾਈ ਬਾਲਾ ਜੀ ਦਾ ਬੜਾ ਵੱਡਾ ਰੁਤਬਾ ਹੈ ਜਿਹੜੀ ਕਥਾ ਸੁਣਾ ਰਹੇ ਆ, ਕਿਉਂਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਨੇ, ਹਮਸਫਰ ਨੇ ਉਹਨਾਂ ਦੇ ਜੀਵਨ ਦੇ, ਨਾਲ ਨਾਲ ਰਹਿੰਦੇ ਰਹੇ ਆ। ਹੁਣ ਅਗਲੀ ਕਥਾ ਦੇ ਪ੍ਰਸੰਗ ਆਰੰਭ ਹੋ ਗਏ। ਫਿਰ ਅਗਲੇ ਦਿਨ ਗੁਰੂ ਅੰਗਦ ਦੇਵ ਜੀ ਨੇ ਚੌਂਕੜਾ ਲਾਇਆ, ਨੇਤਰਬੰਦ ਕੀਤੇ। ਭਾਈ ਬਾਲਾ ਜੀ ਰਸਨਾ ਤੋਂ ਬੋਲਦੇ ਨੇ, ਸਾਰੀ ਸੰਗਤ ਬੜੀ ਇਕਾਗਰਤਾ ਚ ਬਹਿ ਕੇ ਚੌਂਕੜੇ ਲਾ ਕੇ ਕਥਾ ਦਾ ਆਨੰਦ ਮਾਣਦੀ ਹੈ। ਇਸ ਉਤਸ਼ਾਹ ਭਈ ਤੀ ਪਾਛੀ, ਮੋਦੀ ਕਾਰ ਚਲਾਵੇ ਆਛੀ। ਗਰੀਬ ਨਵਾਜ਼ ਜਿਸ ਵੇਲੇ ਸਤਿਗੁਰਾਂ ਦੇ ਪਿਤਾ ਤੇ ਨਾਨਕੇ ਪਰਿਵਾਰ ਸ਼ਗਨਾਂ ਦੀਆਂ ਰਸਮਾਂ ਅਦਾ ਕਰਕੇ ਆਪਣੇ ਪਿੰਡ ਪਹੁੰਚ ਗਿਆ, ਉਧਰ ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਕਾਰਜ ਫੇਰ ਤੋਂ ਸੰਭਾਲ ਲਿਆ। 1-2 ਦਿਨ ਮੋਦੀ ਖਾਨਾ ਬੰਦ ਰੱਖਣਾ ਪਿਆ, ਕਿਉਂਕਿ ਪਿਤਾ ਜੀ ਉੱਥੇ ਸੀ, ਵਿੱਚ ਆ ਜਾਂਦੇ ਸੀ, ਚਲੇ ਜਾਂਦੇ ਸੀ, ਪ੍ਰੋਪਰ ਉਹ ਸੇਵਾ ਨਹੀਂ ਸੀ ਹੋ ਪਾ ਰਹੀ। ਹੁਣ ਗੁਰੂ ਸਾਹਿਬ ਜੀ ਸਾਰਾ ਹੀ ਸਮਾਂ ਮੋਦੀ ਖਾਨੇ ਨੂੰ ਦੇ ਰਹੇ ਆ। ਪਹਿਲਾਂ ਦੇ ਨਾਲੋਂ ਵੀ ਵੱਧ ਕੇ ਇਹਨਾਂ ਕਾਰਜਾਂ ਵਿੱਚ ਜੁੜ ਗਏ ਨੇ। ਆਏ ਸੁਧਾਤਰ ਦੇਹ ਤੇ ਅਸਨਾ, ਬਸਨ ਬਹੀਨ ਲਖੈ ਦੇ ਬਸਨਾ। ਭੁੱਖਿਆਂ ਨੂੰ ਭੋਜਨ ਦਿੰਦੇ ਨੇ, ਜਿਨ੍ਹਾਂ ਦੇ ਤਨ ਤੇ ਕੱਪੜੇ ਫਟੇ ਨੇ ਸਤਿਗੁਰੂ ਉਹਨਾਂ ਨੂੰ ਬਸਤਰ ਦੇ ਦਿੰਦੇ ਨੇ। ਜਿੱਥੇ ਮੋਦੀ ਖਾਨੇ ਦੇ ਵਿੱਚ 13 ਤੋਲਿਆ ਜਾਂਦਾ ਹੈ, ਹਰ ਚੀਜ਼ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ, ਕਿਉਂਕਿ ਉਹ ਇੱਕ ਬਹੁਤ ਵੱਡੀ ਦੁਕਾਨ ਹੈ।
ਸਮੇਂ ਦੀ ਸਰਕਾਰ ਦੀ। ਇਹ ਨਹੀਂ ਵੀ ਰਾਸ਼ਨ ਪਾਤਾ ਦਾਨ ਕਰਨ ਵਾਸਤੇ ਸੀ, ਜੇ ਦਾਨ ਵਾਸਤੇ ਫਿਰ ਹਿਸਾਬ ਕਿਤਾਬ ਕੀ ਹੁੰਦਾ ਸੀ। ਇੱਕ ਇੱਕ ਚੀਜ਼ ਲੈਕਚਰ 'ਚ ਨੋਟ ਕੀਤੀ ਜਾਂਦੀ ਸੀ, ਕਿੰਨਾ ਆਇਆ ਕਿੰਨਾ ਗਿਆ, ਫਿਰ ਗੁਰੂ ਸਾਹਿਬ ਤੋਂ ਹਿਸਾਬ ਮੰਗਿਆ ਜਾਂਦਾ ਸੀ ਉਸ ਚੀਜ਼ ਦਾ। ਅੱਜ ਗੁਰੂ ਨਾਨਕ ਸਾਹਿਬ ਉਸ ਹੱਟੀ ਤੇ ਬੈਠ ਕੇ ਕਹਿੰਦੇ ਗਰੀਬਾਂ ਨੂੰ ਵਸਤਰ, ਜੋੜੇ, ਭੋਜਨ, ਹਰ ਵਸਤੂ ਦੇ ਰਹੇ ਨੇ। ਕਹਿੰਦੇ ਇਹ ਸਤਿਗੁਰਾਂ ਦੀ ਚੰਦਰਮਾ ਦੀ ਚਾਨਣੀ ਵਾਂਗ ਮਹਿਮਾ ਬੜੀ ਦੂਰ ਦੂਰ ਜਾ ਰਹੀ ਹੈ। ਹਰ ਕੋਈ ਸੁਣ ਕੇ ਦੂਰੋਂ ਭੱਜਿਆ ਆਉਂਦਾ ਏ। ਜਾਚ ਨ ਕੋ ਗਮਨਿਓ ਸ਼ੂਸ਼ਾ, ਆਏ ਬਦੇਸ਼ੀ ਆਪਨ ਪੁੱਛਾ। ਕਦੇ ਨਹੀਂ ਸੀ ਗਿਣਤੀ ਕੀਤੀ ਗਈ ਕਿਹਨੂੰ ਵੱਧ ਮਿਲਿਆ ਕਿਹਨੂੰ ਘੱਟ ਮਿਲਿਆ। ਵੇਖਿਆ ਇਹ ਜਾਂਦਾ ਸੀ ਵੀ ਕੋਈ ਖਾਲੀ ਤੇ ਨਹੀਂ ਰਹਿ ਗਿਆ, ਕੋਈ ਖਾਲੀ ਤੇ ਨਹੀਂ ਜਾਂਦਾ। ਕਹਿੰਦੇ ਕੋਈ ਵੀ ਜਾਚਕ ਮੰਗਤਾ ਉੱਥੋਂ ਖਾਲੀ ਨਹੀਂ ਸੀ ਜਾਂਦਾ। ਸਤਿਗੁਰਾਂ ਦੇ ਮੋਦੀ ਖਾਨੇ ਦੀ ਮਹਿਮਾ ਕਹਿੰਦੇ ਵਿਦੇਸ਼ਾਂ 'ਚ ਫੈਲਣ ਲੱਗੀ, ਵਿਦੇਸ਼ੀ ਲੋਕ ਆਉਣ ਲੱਗੇ ਵੀ ਇਸ ਭਾਰਤ ਦੀ ਧਰਤੀ ਤੇ ਨਾਨਕ ਜੀਆਂ ਨੇ ਕੋਈ ਮੋਦੀ ਖਾਨਾ ਖੋਲ੍ਹਿਆ, ਕਿਉਂਕਿ ਉਦੋਂ ਗੁਰੂ ਸਰੂਪ ਵਿੱਚ ਸਤਿਗੁਰ ਪ੍ਰਚਲਿਤ ਨਹੀਂ ਸਨ। ਜਦੋਂ ਉਦਾਸੀਆਂ ਦੇ ਸਮੇਂ ਜਾਣਗੇ ਫਿਰ ਸਮਾਜ ਨੂੰ ਪਤਾ ਲੱਗਣਾ ਵੀ ਇਹ ਨਿਰੰਕਾਰ ਪਰਮਾਤਮਾ ਨੇ। ਫਿਲਹਾਲ ਤੇ ਸਤਿਗੁਰ ਸੱਚੇ ਪਾਤਸ਼ਾਹ ਇੱਕ ਤਰੀਕਾ ਅਪਣਾ ਰਹੇ ਨੇ, ਪਰਿਵਾਰ ਦੇ ਜਾਲ ਨੂੰ ਕੱਟਦੇ ਜਾ ਰਹੇ ਨੇ, ਹੋਰ ਵੀ ਕੱਟੀ ਜਾਣਗੇ। ਮੋਦੀ ਖਾਨੇ ਤੋਂ ਬਾਅਦ ਨੇ ਸ਼ੁਰੂਆਤ ਕਰਤੀ ਸੀ ਦੁਨੀਆ ਦੇ ਭਲੇ ਦੀ। ਅੱਜ ਮਹਾਰਾਜ ਆਪ ਮੋਦੀ ਖਾਨੇ ਵਿੱਚ ਬੈਠਦੇ ਆ, ਲੋਕੀ ਸਿਫਤ ਸੁਣ ਕੇ ਵੇਖਣ ਆਉਂਦੇ ਆ ਵੀ ਇਹ ਸੱਚ ਹੈ ਕਿ ਵਾਕਿਆ ਹੀ ਕੋਈ ਇਹੋ ਜਿਹੀ ਵੀ ਦੁਕਾਨ ਹੈ ਵੀ ਜਿੱਥੇ ਸਭ ਕੁਝ ਲਟਾਉਣ ਤੋਂ ਬਾਅਦ ਵੀ ਕਦੇ ਘਾਟਾ ਨਹੀਂ ਪੈਂਦਾ। ਆਖੋ ਸਤਿਨਾਮ। ਰੱਬ ਦੇ ਘਰ ਕਦੇ ਤੋਟਾ ਹੋ ਸਕਦਾ, ਘਾਟਾ ਹੋ ਸਕਦਾ? ਕਦੇ ਵੀ ਨਹੀਂ। ਕਹਿੰਦੇ ਲੋਕ ਆਇਆ ਕਰਨ, ਕਵੀ ਜੀ ਨੇ ਜ਼ਿਕਰ ਕੀਤਾ ਹੈ, ਕਹਿੰਦੇ ਵਿਦੇਸ਼ੀ ਲੋਕ ਆ ਕੇ ਵੇਖਣ ਲੱਗੇ ਵੀ ਇਹੋ ਜਿਹੀ ਕਿਹੜੀ ਦੁਕਾਨ ਹੋ ਸਕਦੀ ਹੈ। ਤੁਸੀਂ ਕਿਸੇ ਦੁਕਾਨ ਤੇ ਜਾਓ, ਚਾਰ ਚੀਜ਼ਾਂ ਘੱਟ ਵੱਧ ਦੇ ਦਿਓ, ਸਾਰਾ ਦਿਨ ਹਿਸਾਬ ਕਿਤਾਬ ਸੈੱਟ ਨਹੀਂ ਹੁੰਦਾ, ਘਾਟੇ ਵਾਧੇ ਹੋਈ ਜਾਣਗੇ। ਪਰ ਇਹ ਪਹਿਲੀ ਆਪਨ ਦੁਕਾਨ ਹੈ ਜਿਸ ਦੇ ਵਿੱਚ ਕਦੇ ਇੱਕ ਪੰਜੀ ਇੱਕ ਕੌਡੀ ਘਟੀ ਨਹੀਂ ਹੈ, ਹਮੇਸ਼ਾ ਵਾਧਾ ਨਿਕਲਦਾ ਏ। ਵੱਡੀ ਭੋਰ ਤੇ ਦੇਵਣ ਲਗਹਿ, ਜਾਮ ਨਿਸ਼ਾਲੋ ਸ਼ੂਸ਼ ਨ ਤਿਆਗਹਿ। ਸੂਰਜ ਚੜ੍ਹਨ ਤੋਂ ਪਹਿਲਾਂ ਤੇ ਛਿਪਣ ਤੋਂ ਬਾਅਦ ਤੱਕ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਵਿੱਚ ਚੌਕੜਾ ਲਾ ਕੇ ਬੈਠਦੇ ਨੇ। ਅੰਮ੍ਰਿਤ ਵੇਲੇ ਯਾਦ ਨੇ, ਵੱਡੀ ਭੋਰ ਮਤਲਬ ਸਵਖਤੇ ਸਾਜਰੇ ਮਰ ਜਾਂਦੇ ਆ। ਭਾਈ ਬਾਲਾ ਜੀ ਸਾਥੀ ਨੇ, ਕੁਝ ਉਹਨਾਂ ਦੇ ਨਾਲ ਸੇਵਕ ਦਾਸ ਨੇ, ਨੌਕਰ ਜਿਹੜੇ ਨਾਲ ਮਰਜ ਦੇ ਕਾਰਜ ਕਰਦੇ ਆ। ਤੋਲਦੇ ਗੁਰੂ ਸਾਹਿਬ ਨੇ, ਸਮਾਨ ਪਾ ਪਾ ਕੇ ਗਰੀਬਾਂ ਨੂੰ ਲੋੜਵੰਦਾਂ ਨੂੰ ਫੜਾਉਣਾ ਸੇਵਕਾਂ ਦਾ ਕੰਮ ਹੈ, ਕਿਉਂਕਿ ਹੁਣ ਕੰਮ ਵੱਡਾ ਹੁੰਦਾ ਜਾ ਰਿਹਾ ਹੈ। ਪਹਿਲੇ ਦਿਨ ਸ਼ੁਰੂਆਤ ਕੀਤੀ ਸੀ ਗੁਰੂ ਸਾਹਿਬ ਤੇ ਭਾਈ ਬਾਲਾ ਜੀ ਨੇ। ਜਿਉਂ ਮਾਇਆ ਆਉਂਦੀ ਗਈ ਮੋਦੀ ਖਾਨਾ ਵੱਡਾ ਹੁੰਦਾ ਗਿਆ। ਕਹਿੰਦੇ ਹਨੇਰੇ ਤੋਂ ਹਨੇਰੇ ਤੱਕ ਦਾ ਸਫ਼ਰ ਹੈ, ਸਾਰਾ ਦਿਨ ਮਰਦ ਬੈਠੇ ਰਹਿੰਦੇ ਆ। ਹੁਣ ਇਹ ਹੁਕਮਾ ਫੈਲਣੀ ਸੀ, ਕਹਿੰਦੇ ਸਵੇਰ ਤੋਂ ਸ਼ਾਮ ਤੱਕ ਕਦੇ ਘਾਟ ਹੀ ਨਹੀਂ ਪੈਂਦੀ ਉਹਨਾਂ ਦੀ ਦੁਕਾਨ ਤੇ। ਇੱਥੇ ਤੁਸੀਂ ਕਿਸੇ ਦੁਕਾਨ ਤੇ ਚੱਲ ਜਾਓ, ਆਊਟ ਆਫ ਸਟਾਕ ਹੋ ਜੂ ਸਾਰਾ ਕੁਝ। 10 ਬੰਦੇ ਇੱਕ ਚੀਜ਼ ਖਰੀਦ ਲੈਣ, ਦੁਕਾਨਦਾਰ ਹੱਥ ਖੜੇ ਕਰ ਦਿੰਦਾ, ਕਹਿੰਦਾ ਜੀ ਜੇ ਸਮਾਨ ਨਹੀਂ ਆਇਆ, ਮਾਲ ਨਹੀਂ ਆਇਆ, ਸਟਾਕ ਨਹੀਂ ਆਇਆ, ਕੱਲ ਆਇਓ ਜੀ, ਪਰਸੋਂ ਆਇਓ ਜੀ। ਪਰ ਇੱਥੇ ਨਹੀਂ ਕਦੇ ਹੋਇਆ ਵੀ ਕਦੇ ਆਊਟ ਆਫ ਸਟਾਕ ਹੋਇਆ ਹੋਵੇ। ਹੈਰਾਨ ਸੀ ਲੋਕ, ਵੇਖਣ ਆਉਂਦੇ ਸੀ। ਦੁਕਾਨ ਵਿੱਚ ਜਿੰਨਾ ਸਮਾਨ ਪਿਆ ਹਰ ਵੇਲੇ ਉਹਨਾਂ ਦਿਸਦਾ ਏ। ਦੌਲਤ ਖਾਨ ਸਪੂਰਨ ਸੀਨਾ, ਆਨ ਆਸਨ ਆਪਨ ਤੇ ਲੀਨਾ। ਇਹ ਮੋਦੀ ਖਾਨੇ ਦੀ ਗੱਲ ਵੱਡੀ ਕਿਉਂ ਹੋ ਜਾਂਦੀ ਹੈ? ਵੱਡੀ ਇਸ ਕਰਕੇ ਨਵਾਬ ਦੌਲਤ ਖਾਨ ਦੀ ਜਿੰਨੀ ਫੌਜ ਹੈ, ਹੋ ਸਕਦਾ 1500 ਹੋਵੇ, 2000 ਹੋਵੇ, 5000 ਹੋਵੇ। ਰਾਜਾ ਸੁਲਤਾਨਪੁਰ ਲੋਧੀ ਦਾ ਉਹਨਾਂ ਸਮਿਆਂ ਦੀ ਬਹੁਤ ਵੱਡੀ ਰਿਆਸਤ ਸੀ ਸੁਲਤਾਨਪੁਰ ਲੋਧੀ। ਕਹਿੰਦੇ ਨਵਾਬ ਦੌਲਤ ਖਾਨ ਦੀ ਜਿੰਨੀ ਫੌਜ ਸੀ ਇੱਥੋਂ ਰਾਸ਼ਨ ਲੈ ਕੇ ਜਾਂਦੀ ਸੀ। ਕਿਵੇਂ? ਅੱਜ ਆਰਮੀ ਦੀਆਂ, 에ਅਰ ਫੋਰਸ ਦੀਆਂ ਕੰਟੀਨਾਂ ਬਣੀਆਂ ਨੇ, ਜਿਹੜੀ ਚੀਜ਼ ਤੁਹਾਨੂੰ ਬਾਹਰ 50 ਰੁਪਏ ਦੀ ਮਿਲਣੀ ਉੱਥੇ ਤੁਹਾਨੂੰ 34-35 ਰੁਪਏ 'ਚ ਮਿਲ ਜਾਂਦੀ। ਬਸ ਇੱਦਾਂ ਹੀ ਸੀ ਮੋਦੀ ਖਾਨਾ ਸਮਝਣ ਲਈ ਵੀ ਇੱਥੋਂ ਸਾਰੀਆਂ ਫੌਜਾਂ ਨੇ ਰਾਸ਼ਨ ਲੈਣਾ, ਸਮਾਨ ਲੈਣਾ, ਪਦਾਰਥ ਲੈਣੇ। ਹੈਰਾਨੀ ਦੀ ਗੱਲ ਵੀ ਫੌਜਾਂ ਵੀ ਖੁਸ਼ ਨੇ। ਜੇ ਹੁਣ ਕਿਸੇ ਨੇ 5 ਕਿਲੋ ਚਾਵਲ ਲਏ ਆ, ਉਹਨੂੰ 7 ਮਿਲ ਜਾਂਦੇ ਆ। ਮਰਦ ਕਹਿੰਦੇ ਭਾਈ ਪਿੱਛੇ ਨਹੀਂ ਕੱਢਣਾ ਕੁਛ, ਜਿੰਨਾ ਪੈ ਗਿਆ ਪੈ ਗਿਆ। ਕਈ ਵਾਰ ਤੁਹਾਨੂੰ ਮੰਡੀਆਂ 'ਚ ਇੱਦਾਂ ਦੇ ਦੁਕਾਨਦਾਰ ਮਿਲ ਜਾਂਦੇ ਆ, ਆਪਾਂ ਕੋਈ ਚੀਜ਼ ਤੋਲਦੇ ਹੁੰਦੇ ਆ, ਉਹ ਵੱਧ ਪੈ ਗਈ, ਅੱਧਾ ਕਿਲੋ ਵੱਧ ਪੈ ਗਈ, ਪੌਣਾ ਵੱਧ ਪੈ ਗਈ, ਕਹਿੰਦਾ ਨਹੀਂ ਜੀ ਬਸ ਜਾਣ ਦਿਓ, ਲੈ ਲਓ। ਇੱਦਾਂ ਕਹਿੰਦੇ ਜੋ ਕੁਝ ਵੀ ਵਧਣਾ
गुरु साहब ने उन्हें तेरा तेरा कह के दिता भी भाई ये परमात्मा दा ए तेरे कर्मां दा है ये हुण सानू ना बड़ी आखो सतनाम। ते कई दुकानदार इहो ਜਿਹੇ भी ਹੁੰਦੇ बट्टा जा रख के घट करी जाणगे भी जे दो चार चीज़ां वध चल गया ना स्टाक विच लिया औखा हो जांदा तो घाटे वाधिਆਂ ਚ रहंदे। गुरु साहब ने कदे ना कीता दी उन्हां कदे ना वेखिया भी नवाब दौलत खान दी फौज है ਉਹਦੇ सिपाही ने इत्थे अपनी नौकरी करदे आ किहड़ा गरीब ने पर मर्द दी नज़र विच सारे एक ही हैं। कोई अमीर नहीं कोई गरीब नहीं कोई बड़ा नहीं कोई छोटा नहीं कहते हजारां फौजी जवान रस्ता बसना लेके जाते हैं सब गुरु साहब नाल प्रेम करते हैं। ये तो सुभाविक गल है जिंदगी च बंदे कमाने सिखो पैसे ते नच्चण वाले भी कमा लेंदे हैं उन्हां कोल भी बड़ा हुंदा है ते जिन्हां ने जीवन विच लोक कमाए होण ना कोई उन्हां नूं पैसे छापण दी लोड़ नहीं। ਜਿਹਨੂੰ ਮਾੜਾ ਦਾ ਵੀ ਕਹਿਤਾ ਅਗਲਾ 7 ਵਜੇ ਕਹਿ ਕੇ ਭੱਜਿਆ ਫਿਰਦਾ ਵੀ ਮੈਨੂੰ ਕੰਮ ਗਿਆ ਉਹਨੇ ਇਹ ਕੀ ਹੈ ਜ਼ਿੰਦਗੀ ਕਮਾਉਣੀ ਹੈ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੇ ਇਦਾਂ ਹੀ ਪ੍ਰੇਮ ਕਰਦੇ ਸੀ ਮਰਦ ਕਦੇ ਕਿਸੇ ਨੂੰ ਸਵਾਲ ਨਹੀਂ ਸੀ ਪਾਉਂਦੇ ਕਦੇ ਕਿਸੇ ਤੋਂ ਮੰਗਦੇ ਨਹੀਂ ਸੀ। ਹਾਂ ਗੁਰੂ ਸਾਹਿਬ ਕੋਲੋਂ ਦੁਨੀਆ ਮੰਗਦੀ ਸੀ ਇਹਨਾਂ ਕਿਸੇ ਨੂੰ ਜਵਾਬ ਦਿੱਤਾ ਨਾ। ਦੇਸ਼ ਵਿਦੇਸ਼ੀ ਜਾਚਕ ਜੀਤੇ ਆਨ ਆਹਾਰ ਲੈ ਸਭ ਤੇਤੇ। ਦਿੱਲੀ ਤੋਂ ਲਾਹੌਰ ਨੂੰ ਜਾਂਦੇ ਰਾਹੀ ਵੀ ਕਹਿੰਦੇ ਇੱਥੋਂ ਸਮਾਨ ਲੈ ਜਾਂਦੇ ਨੇ। ਦੇਸ਼ ਪੂਰੇ ਭਾਰਤ ਦੇ ਲੋਕ ਆਉਣ ਲੱਗੇ ਵਿਦੇਸ਼ ਦੂਰੋਂ ਦੂਰੋਂ ਮਤਲਬ ਜਿੱਥੇ ਜਿੱਥੇ ਕਿਸੇ ਨੂੰ ਪਤਾ ਲੱਗਦਾ ਹੈ ਵੇਖਣ ਜਾਂਦਾ। ਅੱਜ ਦੇ ਸਮੇਂ ਕੋਈ ਇਦਾਂ ਦੀ ਨਵੀਂ ਦੀ ਚੀਜ਼ ਆ ਪਿੱਛੇ ਜੇ ਟ੍ਰੈਂਡ ਚੱਲਿਆ ਸੀ ਮੋਦੀ ਖਾਨੇ ਦਾ ਮੋਦੀ ਖਾਨੇ ਦੇ ਨਾਂ ਤੇ ਲੋਕਾਂ ਨੇ ਬੜਾ ਕੁਝ ਕੀਤਾ ਬਾਹਰੋਂ ਡੋਨੇਸ਼ਨਾਂ ਆਉਂਦੀਆਂ ਰਹੀਆਂ ਇੱਥੇ ਜੈਨਰਿਕ ਦਵਾਈਆਂ ਦੇਈ ਗਏ ਜਿਹੜੀਆਂ ਪਹਿਲਾਂ ਹੀ ਸਸਤੀਆਂ ਸੀ ਉਹ ਦੇ ਦੇ ਕੇ ਬੜੇ ਪੈਸੇ ਇਕੱਠੇ ਕੀਤੇ ਤੇ ਉਹ ਸਾਡੇ ਵਰਗੇ ਲੋਕ ਪਰ ਉਹ ਮੋਦੀ ਖਾਨਾ ਉਸ ਪਰਮੇਸ਼ਰ ਦਾ ਹੈ ਪਰਮਾਤਮਾ ਦਾ ਹੈ ਜਿਹਦੇ ਵਿੱਚ ਘਾਟਾ ਅਤੇ ਟੋਟਾ ਦੋ ਸ਼ਬਦ ਉਹਦੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ। ਆਖੋ ਸਤਨਾਮ ਕਮੀ ਤੇ ਘਾਟ ਘਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ। ਉਸ ਰੱਬ ਦੇ ਘਰ ਦੇ ਵਿੱਚ ਕਦੇ ਘਾਟਾ ਵਾਧਾ ਨਹੀਂ ਹੁੰਦਾ ਵਾਧਾ ਭਾਵੇਂ ਨਿਕਲ ਆਵੇ। ਹੁਣ ਕਹਿੰਦੇ ਜਦੋਂ ਲੋਕ ਆਉਣ ਲੱਗ ਗਏ ਕਿ ਭੀੜਾਂ ਵੱਡੀਆਂ ਹੋ ਗਈਆਂ ਕਤਾਰਾਂ ਵੱਡੀਆਂ ਹੋ ਗਈਆਂ ਲੰਗਰ ਚੱਲਣੇ ਸ਼ੁਰੂ ਹੋ ਗਏ ਲੋਕ ਇੱਥੋਂ ਹੀ ਰਾਸ਼ਨ ਲੈ ਕੇ ਭੋਜਨ ਬਣਾ ਕੇ ਛਕਾਈ ਜਾਂਦੇ ਨੇ ਅੱਗੇ। ਹੁਣ ਸਿਫਤ ਹੋ ਰਹੀ ਹੈ ਨਾ ਜਿੱਥੇ ਪੋਜ਼ਿਟਿਵ ਪੱਖ ਚੱਲਦਾ ਉੱਥੇ ਨੈਗੇਟਿਵ ਵੀ ਵੱਡਾ ਹੋਣ ਲੱਗ ਗਿਆ। ਵਿਰੋਧੀ ਲੋਕ ਜਿਹੜੇ ਸਰਗੜੇ ਸੀ ਉਹ ਗੁਰੂ ਸਾਹਿਬ ਨਾਲ ਈਰਖਾ ਕਰਦੇ ਆ ਇਹਨਾਂ ਦੀ ਰੱਜ ਰੱਜ ਬੁਰਾਈ ਕਰਦੇ ਨੇ। ਰਹੇ ਸਥਾਨ ਪੀਰ ਸੋ ਪੂਰਾ ਭਨੈ ਅਸੀਸ ਵਧੈ ਸੁਖ ਮੂਰਾ। ਸਵੇਰ ਤੋਂ ਲੈ ਕੇ ਸ਼ਾਮ ਕਈ ਵਾਰ ਇੰਨੀ ਭੀੜ ਹੁੰਦੀ ਸੀ ਰਾਤ ਭਰ ਵੀ ਮੋਦੀ ਖਾਨਾ ਖੁੱਲਾ ਰਹਿੰਦਾ ਦੀਵੇ ਜਗਦੇ ਆ ਮਸਾਲਾ ਜਗਦੇ ਵਰਤਾਈ ਜਾਂਦੇ ਨੇ। ਹੁਣ ਗੁਰੂ ਸਾਹਿਬ ਦੀ ਮਹਿਮਾ ਬੜਿਆਂ ਨੂੰ ਪਚਦੀ ਵੀ ਨਹੀਂ ਸੀ ਕਿਉਂਕਿ ਜਿਹੜਾ ਬੰਦਾ ਹੁੰਦਾ ਜਿਹਨੂੰ ਮਰਦ ਰਾਸ਼ਨ ਦਿੰਦੇ ਪਦਾਰਥ ਦਿੰਦੇ ਆ ਉਹ ਅਸੀਸਾਂ ਦੇ ਰਿਹਾ। ਇੱਕੋ ਇੱਕ ਚੀਜ਼ ਇਹੋ ਜਿਹੀ ਹੈ ਜਿਹਦਾ ਤੁਸੀਂ ਮੁੱਲ ਨਹੀਂ ਪਾ ਸਕਦੇ ਮੁਫਤ ਵਿੱਚ ਮਿਲ ਸਕਦੀ ਉਹ ਹੈ ਅਸੀਸ ਤੇ ਦੂਜੀ ਫ੍ਰੀ ਆਫ ਕਾਸਟ ਬਾਦ ਅਸੀਸ ਉਹ ਵੀ ਜੀ ਤੋਂ ਮਰਜ਼ੀ ਲੈ ਲਓ। ਆਖੋ ਸਤਨਾਮ। ਕੋਈ ਚੰਗਾ ਕੋਈ ਤੁਹਾਡੇ ਤੋਂ ਕੁਝ ਮੰਗਦਾ ਹੈ ਉਹਨੂੰ ਮੰਗਣ ਵਾਲੇ ਨੂੰ ਆਪਣੀ ਮਰਜ਼ੀ ਨਾਲ ਮਨਾ ਕਰ ਦਿਓ ਕਿੰਨੀਆਂ ਸਿਫਤਾਂ ਗੁਰੂ ਤੁਹਾਡੀਆਂ ਹੋ ਫਿਰ ਸੋਚੋ ਕੀ ਕੁਝ ਹੋਊਗਾ। ਹਾਂ ਕਿਸੇ ਨੇ ਨਹੀਂ ਵੀ ਮੰਗਿਆ ਬਿਨਾਂ ਮੰਗਿਆ ਉਹਨੂੰ ਕੋਈ ਵਸਤੂ ਦੇਤੀ ਉਹ ਅਸੀਸਾਂ ਦਿੰਦਾ ਜਾਂਦਾ ਹੈ ਕਹਿੰਦਾ ਰੱਬ ਤੇਰਾ ਭਲਾ ਕਰੇ ਮਰਦ ਤੈਨੂੰ ਬਰਕਤਾਂ ਪਾਵੇ ਰੱਬ ਤੈਨੂੰ ਆਹ ਦੇ ਦੇ। ਕਈ ਵਾਰ ਉਹ ਅਸੀਸਾਂ ਤਾਰ ਦਿੰਦੀਆਂ ਨੇ ਤੇ ਲੋਕਾਂ ਦੇ ਦਿਲਾਂ ਦੀ ਆਵਾਜ਼ ਬਦ ਅਸੀਸ ਵੱਡਿਆਂ ਵੱਡਿਆਂ ਨੂੰ ਡੋਬ ਜਾਂਦੀ ਆ। ਆਖੋ ਸਤਨਾਮ। ਕੋਈ ਪਤਾ ਨਹੀਂ ਕਿਹਦੇ ਬੋਲਾਂ ਨੇ ਕਦੋਂ ਕਰਾਮਾਤ ਵਰਤਾ ਦੇਣੀ ਕਦੋਂ ਰੱਬ ਨੇੜੇ ਹੋ ਕੇ ਸੁਣਦਾ ਸੀ। ਹੁਣ ਇੱਥੇ ਅਸੀਸਾਂ ਦੇ ਕੋਲ ਬੰਨੇ ਜਾਂਦੇ ਆ ਇਹ ਅੰਦਰੋਂ ਆਈਆਂ ਸੀ ਕੋਈ ਦਿਖਾਵੇ ਵਾਲੀਆਂ ਨਹੀਂ ਵੀ ਲੋਕਾਂ ਚਾਰੂ ਕਹਿਤਾ ਸਿਫਤਾਂ ਕਰਦੀਆਂ ਹਰ ਕੋਈ ਅਸੀਸ ਦਿਆ ਕਰੇ ਤੇਰਾ ਮੋਦੀ ਖਾਨਾ ਵਧੇ ਰੱਬ ਤੈਨੂੰ ਬਰਕਤਾਂ ਦੇਵੇ ਕੋਈ ਕੁਛ ਕਵੇ। ਜਿਹੜੇ ਨਿੰਦਕ ਲੋਕ ਸੀ ਉਹ ਕਿੱਥੇ ਬਰਦਾਸ਼ਤ ਕਰ ਸਕਦੇ ਕਿਸੇ ਦੀ ਸਿਫਤ ਉਹਨਾਂ ਦੇ ਢਿੱਡ ਪੀੜਾ ਪਿਆ ਕਰਦਾ ਵੀ ਅਸੀਂ ਤੇ ਮੋਦੀ ਖਾਨਾ ਬੰਦ ਕਰਾਉਣ ਵਾਸਤੇ ਹਰ ਹੀਲਾ ਵਰਤੇ ਆ ਹਰ ਯਤਨ ਵਰਤੇ ਆ ਜਿੰਨਾ ਇਹਨਾਂ ਦੇ ਵਿਰੁੱਧ ਬੋਲਦੇ ਆ ਇਹ ਓਨੀ ਚਰਚਾ ਓਨੀ ਮਹਿਮਾ ਦਾ ਵਿਸ਼ਾ ਬਣਦੇ ਨੇ। ਜਾ ਬਿਦ ਦੇਖਿਓ ਦੇ ਉਤਾਰਾ ਪੁਰ ਕੇ ਨਰ ਮਿਲ ਕਰੇ ਵਿਚਾਰਾਂ। ਗੁਰੂ ਸਾਹਿਬ ਨੇ ਦਿਲ ਹੋਰ ਵੱਡਾ ਕਰਤਾ ਉਦਾਰਪਣਾ। ਮੰਨ ਲਓ ਪਹਿਲਾਂ ਕਿਸੇ ਨੂੰ 5 ਕਿਲੋ ਚੀਜ਼ ਸੀ ਹੁਣ 10 ਕਰਤੀ। ਜਿੰਨੀ ਲੋਕ ਨਿੰਦਿਆ ਕਰਿਆ ਕਰਨ
मर्द का पॉजिटिव पॉइंट ये सी भी जिहड़ा बंदा गालां भी कढ़दा ना कि माड़ा भी बोलदा, मर्द कहंदे भाई इहनूं दुगना देओ घट ना देओ। कोई किलो मंगदा है 5 पाओ, किते अंदर ते समझ आ जू भी मैं कर की रहा सतनाम। क्योंकि बंदे नूं समझाउण लई भाषण की लोड़ नहीं है, जमीर जगाउण की लोड़ है। बड़ी दुनिया जी सारी जिंदगी हो गई लोगों को कथा सुनाते हैं, मेरे वर्गिਆਂ ਨੂੰ ਸੁਣਾਉਂਦੇ 20 ਸਾਲ ਹੋ ਗਏ कथा, अकल ढेले ਦੀ भी है नहीं अजे तक, समझते भी है नहीं चंगा की है माड़ा की है, किहदे कोल की कहना किसी ਨੂੰ की बोलना नहीं पता। पर जदों गुरु की कृपा हो जाए फिर एक अनजान जिहा व्यक्ति भी अपने जमीर जगा लैंदा है ते फिर वो कर्म करके विखाउंदा है जिहड़े रब ਨੂੰ पाउंदे आ। ते गुरु साहब सच्चे पातशाह की महिमा कहंदे सारे लोग करदे आ ते कुछ निंदक इकट्ठे हो गए, क्योंकि निंदकां दे अपने ग्रुप होंदे आ। महिमा वाले सत्संग करते हैं, उन्होंने बहुत बड़ी संगत है, बेमिसाल इकट्ठ होंदा है ते निंदकां दे झुंड होंदे ने भेटां वांगू बकरियां वांगू। कहंदे निंदक इकट्ठे होकर विचारा करिया करन, कहंदे हर हीला वरतिया हर वसीला वरतिया, मोदी खाने नूं ताला फेर नहीं लग्या खो सतनाम। इहो लोग होंदे ने मुफ्त विच एडवर्टाइजमेंट करना है। खुश होया करो, कलयुग दा जमाना है, जे तुसीं अपनी TRP वधाउणी है ना, ਤੁਹਾਡੀ ਕੋਈ ਨਿੰਦਿਆ ਕਰਦਾ ਹੈ ਉਹਦਾ ਤੇ ਧੰਨਵਾਦ ਕਰਿਆ ਕਰੋ ਵੀ ਜਿੱਥੇ ਜਿੱਥੇ ਮੈਨੂੰ ਕੋਈ ਨਹੀਂ ਸੀ ਜਾਣਦਾ, ਉਹ ਧੰਨਵਾਦ ਜਿਉਂਦੇ ਰਹਿਣੇ ਲੋਕ ਜਿਨ੍ਹਾਂ ਨੇ ਮੇਰੀਆਂ ਸਿਫਤਾਂ ਕਰ ਕਰਕੇ ਮੈਨੂੰ ਉਹਨਾਂ ਲੋਕਾਂ ਤੱਕ ਪਹੁੰਚਾਤਾ। ਉਹ ਕਹਿੰਦੇ ਯਾਰ ਅਸੀਂ ਵੀ ਮਿਲ ਕੇ ਵੇਖੀਏ ਬੰਦਾ ਹੈ ਕਿਹੋ ਜਿਹਾ, ਸਤਿਨਾਮ ਉਹ ਹੈ ਕੌਣ ਹੈ। ਜਦੋਂ ਗੁਰੂ ਸਾਹਿਬ ਦੀ ਗੱਲ ਹੋਣ ਲੱਗੀ ਕਹਿੰਦੇ ਦੂਰ ਦੂਰ ਤੱਕ ਚੱਲਣ ਲੱਗੀ, ਇੱਕ ਪਾਸੇ ਸਿਫਤ ਹੁੰਦੀ ਦੂਜੇ ਪਾਸੇ ਨਿੰਦਿਆ ਹੁੰਦੀ, ਲੋਕ ਕਨਫਿਊਜ਼ ਹੋ ਰਹੇ ਆ ਇਹ ਸਹੀ ਕੋ ਸਹੀ। ਤੇ ਜਦੋਂ ਬੰਦਾ ਨੇੜੇ ਪਰਸਨ ਦੇ ਉਹਦਾ ਸਮਝ ਆਉਂਦੀ ਵੀ ਇਹ ਗਲਤ ਨੇ। ਨਿੰਦਕਾਂ ਦੀਆਂ ਖੁੰਡ ਚਰਚਾ ਹੋਣੀਆਂ ਸ਼ੁਰੂ ਹੋ ਗਈਆਂ, ਗਲੀ ਗਲੀ ਮਹੱਲੇ ਮਹੱਲੇ, ਕਿਉਂਕਿ ਇੱਕ ਮੱਝ ਲਿਪੜੀ ਜਿਵੇਂ ਸਭ ਨੂੰ ਲਪੇਟਦੀ, ਇੱਕ ਗਲਿਆ ਸੇਬ ਸਾਰੇ ਖਰਾਬ ਕਰ ਦਿੰਦਾ ਪੇਟੀਆਂ। ਹੁਣ ਜਿਹੜੇ ਨਿੰਦਕ ਲੋਕ ਸੀ ਉਹਨਾਂ ਦਾ ਸੁਭਾਅ ਹੁੰਦਾ, ਉਹਨਾਂ ਦੀ ਅੱਖ ਪਾਰਕੂ ਹੁੰਦੀ ਹੈ ਵੀ ਕਿਹੜਾ ਬੰਦਾ ਨਿੰਦਕ ਹੈ। ਤੁਸੀਂ 10 ਜਣੇ ਗੁਰਦੁਆਰੇ ਤੋਂ ਘਰ ਨੂੰ ਜਾ ਰਹੇ ਹੋ, ਇੱਕ ਨਿੰਦਕ ਨੇ ਤੁਹਾਡੇ ਚੋਂ ਇੱਕ ਬੰਦਾ ਛਾੜ ਲੈਣਾ, ਉਹਨੂੰ ਪਤਾ ਲੱਗ ਜਾਣਾ ਵੀ ਮੇਰੀ ਕੈਟਾਗਰੀ ਦੇ ਇਹਨਾਂ ਚੋਂ ਕੌਣ ਹੈ। ਉਹਨੇ ਉਸੇ ਨਾਲ ਸੁਣਾ ਰੱਖਣੀ ਹੈ, ਉਸੇ ਨਾਲ ਹੀ ਗੱਲਬਾਤ ਰੱਖਣੀ, ਬਾਕੀ ਵਿਚਾਰੇ ਚੁੱਪ ਕਰਕੇ ਆਉਂਦੇ ਜਾਂਦੇ ਆ, ਫਰਕ ਨਹੀਂ ਪੈਂਦਾ। ਪਰ ਨਿੰਦਕ ਨੂੰ ਪਤਾ ਹੈ ਮੇਰੇ ਨਾਲ ਦਾ ਸਾਥੀ ਕੌਣ ਹੈ, ਤੇ ਜਿਹੜਾ ਸਤ ਸੰਗੀ ਹੈ ਉਹਨੇ 50 ਬੰਦਿਆਂ ਚੋਂ ਲੱਭ ਲੈਣਾ ਵੀ ਇਹ ਬੰਦਾ ਭਗਤੀ ਵਾਲਾ ਮੇਰੇ ਨਾਲ ਆਇਆ ਜਾਇਆ ਕਰਨਾ ਹੈ, ਇਹ ਬੰਦਗੀ ਬਹੁਤ ਕਰਦਾ, ਨਾਮ ਬੜਾ ਜਪਦਾ, ਭਾਈ ਤੂੰ ਗੁਰੂ ਘਰ ਜਾਏਗਾ ਮੈਨੂੰ ਵੀ ਲੈ ਜੀ। ਕਹਿੰਦੇ ਨਿੰਦਕਾਂ ਦੇ ਸੁਲਤਾਨਪੁਰ ਲੋਧੀ ਤੋਂ ਨਿੰਦਕ ਚੁਣ ਲਿਓ, ਕਿਹੜੇ ਸੀ? ਜ਼ਿਆਦਾਤਰ ਮੁਸਲਮਾਨ ਲੋਕ ਸਨ। ਨਵਾਬ ਦੌਲਤ ਖਾਨ ਦੇ ਕੁਝ ਕਰੀਬੀ ਹਨ, ਨਿਸਬਸਰ ਦੇ ਦਾਨ ਮਹਾਨ, ਬੜਦਾਨੀ ਹੈ ਭੂਪ ਸਮਨਾ। ਇਹਨਾਂ ਲੋਕਾਂ ਦੀ ਪ੍ਰੋਬਲਮ ਕੀ ਹੈ, ਮੁਸ਼ਕਲ ਕੀ ਹੈ? ਉਹ ਕਹਿੰਦੇ ਦਿਨ ਰਾਤ ਦਾਨ ਕਰਦਾ, ਏਡਾ ਵੱਡਾ ਦਿਲ ਹੈ, ਉਹ ਇਹ ਤਾਂ ਸਾਡੇ ਰਾਜੇ ਦੀ ਸਿਫਤ ਘੱਟ ਕਰ ਰਿਹਾ ਹੈ। ਨਵਾਬ ਦੌਲਤ ਖਾਨ ਕਦੇ ਇੰਨਾ ਦਾਨ ਨਹੀਂ ਕਰਦਾ ਜਿੰਨਾ ਉਹਦਾ ਮੋਦੀ ਦੁਕਾਨਦਾਰ ਦਾਨ ਕਰੀ ਜਾਂਦਾ ਹੈ। ਕਹਿੰਦੇ ਇਹ ਨਹੀਂ ਹੋ ਸਕਦਾ ਵੀ ਰਾਜੇ ਦਾ ਸਮਾਨ ਹੋਵੇ ਤੇ ਦਾਨੀ ਕੋਈ ਹੋਰ ਬਣਿਆ ਹੋਵੇ। ਆਖੋ ਸਤਿਨਾਮ। ਅਸੀਂ ਕਿਵੇਂ ਬਰਦਾਸ਼ਤ ਕਰੀਏ ਵੀ ਸਮਾਨ ਤੇ ਸਾਡੇ ਰਾਜੇ ਦਾ, ਦਾਨ ਕਰਕੇ ਦਾਨੀ ਉਹ ਕਹਾਈ ਜਾਂਦਾ। ਇਹ ਚਿੰਤਾ ਸੀ ਵੀ ਸਾਡੇ ਰਾਜੇ ਦੀ ਮਹਿਮਾ ਕਿਉਂ ਨਹੀਂ ਹੁੰਦੀ, ਕਿਉਂਕਿ ਜਦੋਂ ਸਮਾਨ ਸਟਾਕ ਰਾਜੇ ਦਾ ਤੇ ਲੋਕ ਇਹ ਕਹਿਣ ਨਾ ਵੀ ਨਵਾਬ ਦੌਲਤ ਖਾਨ ਦੀ ਭਾਈ ਵਡਿਆਈ ਕਰੋ, ਉਹਦੀ ਸਿਫਤ ਕਰੋ। ਮੋਦੀ ਦੀ ਆਪਣੀ ਸਿਫਤ ਸੁਣੀ ਜਾਂਦਾ ਹੈ, ਲੋਕਾਂ ਨੂੰ ਕਹੀ ਜਾਂਦੇ ਨੇ ਵੀ ਰੱਬ ਵਰਗਾ ਇਹ ਦਾਨੀ ਹੈ, ਤੇ ਦਾਨੀ ਤੇ ਨਵਾਬ ਹੈ ਜਿਹਦੇ ਭੰਡਾਰ ਤੋਂ ਸਭ ਕੁਝ ਆ ਰਿਹਾ ਹੈ। ਹੁਣ ਉਹਨਾਂ ਨੇ ਆਪਣਾ ਜਿੱਦਾਂ ਅੱਜ ਕੱਲ੍ਹ ਹੈਸ਼ਟੈਗ ਚੱਲਦਾ ਨਾ, ਕਿਸੇ ਦੀ ਵਿਰੋਧਤਾ ਕਰਨੀ ਹੈ ਹੈਸ਼ਟੈਗ ਚਲਾ ਦਿਓ, ਸਾਰੇ ਇਕੱਠੇ ਹੋ ਜਾਂਦੇ ਉਸ ਪਾਸੇ, ਟ੍ਰੈਂਡਿੰਗ ਤੇ ਆ ਜਾਂਦਾ ਹੈ। ਉਹਨਾਂ ਸਮਿਆਂ 'ਚ ਉਹਨਾਂ ਨੇ ਫਿਰ ਟ੍ਰੈਂਡਿੰਗ ਸ਼ੁਰੂ ਕਰਤੀ, ਨਵਾਬ ਦੌਲਤ ਖਾਨ ਨੂੰ ਅੱਗੇ ਰੱਖਿਆ, ਦਾਨੀ ਪੇਸ਼ ਕੀਤਾ, ਰਾਜਾ ਪੇਸ਼ ਕੀਤਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਇੱਕ ਸੇਵਾਦਾਰ ਪੇਸ਼ ਕਰਦੇ ਆ ਵੀ ਜਿਸ ਮੋਦੀ ਦੀਆਂ ਤੁਸੀਂ ਸਿਫਤਾਂ ਕਰਦੇ ਹੋ, ਮੋਦੀ ਅੱਜ ਵਾਲਾ ਨਹੀਂ, ਉਸ ਵੇਲੇ ਦਾ ਜੋ ਅਸਲ ਮੋਦੀ ਸੀ, ਜਿਹਦੀਆਂ ਤੁਸੀਂ ਸਿਫਤਾਂ ਕਰਦੇ ਹੋ ਭਾਈ, ਉਹ ਤੇ ਨਵਾਬ ਦਾ ਇੱਕ ਛੋਟਾ ਜਿਹਾ ਨੌਕਰ ਹੈ। ਨਿੰਦਕ ਦੀ ਜ਼ੁਬਾਨ ਫੜੂਗਾ ਹੀ, ਉਹਦੀ ਆਪਣੀ ਜ਼ੁਬਾਨ ਨੇ ਮਰਜ਼ੀ ਬੋਲੇ। ਨਿੰਦਕ ਤੇ ਰੱਬ ਨੂੰ ਵੀ ਜੱਬ ਦੱਸਦਾ, ਕੀ ਕਰੋਗੇ ਜਾ ਕੇ? ਤੁਸੀਂ ਲੜਦੇ ਫਿਰਦੇ ਹੋ ਮੈਨੂੰ ਜੀ ਨਹੀਂ ਕਹਿੰਦੇ, ਇਹ ਮੇਰੀ ਸਿਫਤ ਨਹੀਂ ਕਰਦਾ। ਬਚੋ ਭਾਈ ਲੋਕਾਂ, ਬਚੋ, ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ। ਤੇ ਜਿਹਨੇ ਜੋ ਕਹਿਣਾ ਕਹਿਣ ਦਿਓ, ਕੀ ਫਰਕ ਪੈਂਦਾ? ਆਪਣੇ ਆਪ ਨੂੰ ਖੁਸ਼ ਤੇ ਸਟੇਬਲ ਰੱਖੋ, ਕੋਈ ਪਰਵਾਹ ਨਹੀਂ ਦੁਨੀਆ।
बड़े आए बड़े गए, हाथी अपनी चाल चलता, कुत्ते भौंकी जाते, फर्क पैंदा कोई उन्हां समयां च जी, क्योंकि गुरु साहब की विरोधता पहले दिन तो शुरू सी, हुण वध गई है। ज्यों-ज्यों मोदीखाना ਵਧੇ त्यों-त्यों सतगुरां दी निंदिया, सतगुरां दी ईर्खा, सतगुरां नाल जोर फड़न लग पई। कुछ लोग खा पी के हराम कर जाते हैं, वो भी इस तकड़ी विच आके तुलन लग पए। तुरकन के पैसे बहु खोवे, रंच कतरास हृदय न होवे। निंदक बंदे दा ते क्राइम पेशा बंदे दा कोई धर्म नहीं हुंदा, ते माफ करियो लीडर दा भी कदे कोई धर्म नहीं हुंदा। खुदा दा नाम मत भलेखा पालियो, सिख है, हिंदू है, मुसलमान, कोई ना कोई मतलब नहीं। ਇਹ ਲੋਕਾਂ ਨੂੰ ਲੜਾਉਂਦੇ ਹਿੰਦੂ ਮੁਸਲਮਾਨਾਂ ਦੇ ਚੱਕਰ 'ਚ। ਕਦੇ ਆ ਜਿਹੜੇ ਵੱਡੇ ਵੱਡੇ ਨੇਤਾ ਬੈਠੇ ਨੇ, ਇਹਨਾਂ ਦੇ ਜਵਾਈ ਜਾ ਕੇ ਪਤਾ ਕਰਿਓ, ਜੇ ਆਪ ਨੇਤਾ ਹਿੰਦੂ ਆ ਤੇ ਜਵਾਈ ਮੁਸਲਮਾਨ ਹੁੰਦਾ ਤੇ ਲੋਕਾਂ ਨੂੰ ਡਾਂਗੋ ਡਾਂਗੀ ਕਰਾਈ ਜਾਂਦੇ, ਮੰਦਰ ਢਾ ਦਿਓ, ਮਸਜਿਦ ਢਾ ਦਿਓ, ਕੀ ਗੱਲ ਹੈ? ਸਮਝਣਾ ਚਾਹੀਦਾ। ਉਹਨਾਂ ਸਮਿਆਂ ਵਿੱਚ ਹਿੰਦੂ ਮੁਸਲਮਾਨ ਜਿਹੜੇ ਗੁਰੂ ਨਾਨਕ ਸਾਹਿਬ ਦੇ ਵਿਰੋਧੀ ਸੀ, ਵਿਰੋਧ ਕਰਨ ਵਾਲੇ, ਉਸ ਰੱਬ ਦੀ ਵਿਰੋਧਤਾ ਕਰਦੇ, ਤੇਰੀ ਮੇਰੀ ਨਹੀਂ, ਕਹਿੰਦੇ ਸਾਰੇ ਇਕੱਠੇ ਹੋ ਕੇ ਨਾ ਜੀ ਬਸ ਹੱਥ ਧੋ ਕੇ ਬਹਿ ਗਏ। ਇੱਕੋ ਗੱਲ ਕਹਿੰਦੇ, ਰਾਜੇ ਸਾਡੇ ਨੂੰ ਘਾਟਾ ਪਾਓ, ਇਹ ਭੱਜੂਗਾ, ਇਹ ਤੋਂ ਕੁਛ ਨਹੀਂ ਹੋਣਾ, ਮੋਦੀਖਾਨਾ ਬਰਬਾਦ ਕਰੂਗਾ। जानत हैं हम काल के आजो, नानक जावहें हियां ते भाजो। एक पासे लोकी कहंदे तेरा मोदीखाना ਵਧੇ, ਰੱਬ ਦੀਆਂ ਬਰਕਤਾਂ ਤੇਰੇ ਕੋਲ ਨੇ, ਸਾਨੂੰ ਤੇਰੇ ਚੋਂ ਰੱਬ ਦਿਸਦਾ ਹੈ। ਦੂਜੇ ਪਾਸੇ ਨਿੰਦਕ ਕਹਿੰਦੇ ਮੋਦੀ ਅੱਜ ਭੱਜਿਆ ਕੱਲ ਨੇ, ਇਹਨੇ ਕਰਕੇ ਬਰਬਾਦ ਨਵਾਬ ਦੌਲਤ ਖਾਨ ਦਾ ਭੰਡਾਰਾ, ਰਾਤੋਂ ਰਾਤ ਚੱਕ ਝੋਲਾ ਨੱਸ ਜਾਣਾ। ਖੁਦਾ ਦਾ ਨਾਮ ਕਹਿੰਦੀ ਇਹ ਗੱਲਾਂ ਤੂਲ ਫੜਨ ਲੱਗ ਪਏ, ਲੋਕ ਹਾਮੀ ਲੱਗੇ। ਪਰ ਲੋਕਾਂ ਦਾ ਕੀ ਹੈ ਜੀ, ਅੱਜ ਵੋਟਾਂ ਕਿਸੇ ਨੂੰ ਪਾਈਆਂ, ਜਿਹਦੀ ਸਰਕਾਰ ਬਣਾਈ ਹੈ, ਕੱਲ ਨੂੰ ਗਾਲਾਂ ਗੋਲਾਂ ਕੱਢ ਕੇ ਵਿਰੋਧੀ ਦੀ ਬਣਾ ਦੇਣਗੇ। ਦੁਨੀਆ ਦਾ ਕੋਈ ਟਿਕਾਣਾ ਹੈ? ਜਿਹੜਾ ਬੰਦਾ ਅੱਜ ਤੁਹਾਡੇ ਨਾਲ ਖੜਿਆ ਹੈ, ਕਹਿੰਦਾ ਮੈਂ ਤੇਰੇ ਹੱਕ 'ਚ ਬਿਆਨ ਦਿਆਂਗਾ, ਉਹੀ ਕੱਲ ਤੁਹਾਡੇ ਵਿਰੁੱਧ ਹੋਊਗਾ। ਜਿਹੜੇ ਕਦੇ ਸਾਡੇ ਮਿੱਤਰ ਹੁੰਦੇ ਸੀ, ਜਾਨੋਂ ਪਿਆਰੇ, ਅੱਜ ਦੁਸ਼ਮਣ ਨਹੀਂ ਹੈ ਹੁੰਦੇ ਆ, ਫਿਰ ਕੀ ਦੁਨੀਆ ਤੇ ਆਸ ਰੱਖਣੀ? ਕਹਿੰਦੇ ਕੁਛ ਲੋਕ ਇੱਧਰੋਂ ਉੱਠ ਕੇ ਉੱਧਰ ਹੋ ਗਏ, ਕਹਿੰਦੇ ਜੀ ਮੋਦੀ ਭੱਜਣ ਵਾਲਾ ਹੈ, ਨਾਨਕ ਜੀ ਦੌੜ ਜਾਣਗੇ, ਇਹਨਾਂ ਨੇ ਆਪਣੇ ਰਿਸ਼ਤੇਦਾਰ ਨੂੰ ਪਿੱਛੋਂ ਜਿਉਣ ਜੋਗਾ ਨਹੀਂ ਛੱਡਣਾ। ਇਹ ਗੱਲ ਬੜੇ ਵੱਡੇ ਪੱਧਰ ਤੇ ਹੋ ਗਈ ਜੀ। ਨਵਾਬ ਦੌਲਤ ਖਾਨ ਕੋਲ ਕੀਤੀ ਗਈ, ਜਦੋਂ ਰਾਜੇ ਵਿਰੁੱਧ ਹੋ ਜੇ ਤੇ ਫਿਰ ਨੀਚੇ ਕੰਮ ਕਰਨ ਵਾਲੇ ਵਿਚਾਰੇ ਕੀ ਕਰ ਸਕਦੇ ਆ? ਕਿਉਂਕਿ ਉਹਨਾਂ ਸਮਿਆਂ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਪਰਮੇਸ਼ਰ ਨੇ, ਪਰ ਨਵਾਬ ਦੌਲਤ ਖਾਨ ਦੇ ਗੁਰੂ ਸਾਹਿਬ ਮੋਦੀ ਨੇ, ਨੌਕਰੀ ਕਰਦੇ ਆ ਉਹਨਾਂ ਦੀ। ਤੇ ਜਦੋਂ ਹੁਣ ਨਵਾਬ ਹੀ ਗੁਰੂ ਸਾਹਿਬ ਦੇ ਵਿਰੁੱਧ ਭੜਕਾਤਾ, ਫਿਰ ਬੜਾ ਔਖਾ ਹੋ ਜਾਂਦਾ ਹੈ। ਸਮਾਂ ਸਮਾਪਤ ਹੈ। ਜਿਵੇਂ ਜਿਵੇਂ ਸਤਿਗੁਰ ਕਿਰਪਾ ਕਰਨਗੇ ਇਹ ਕਲੈਸ਼ ਵੱਧਦਾ ਜਾਏਗਾ, ਤੇ ਫਿਰ ਕੀ ਹੋਏਗਾ? ਕੱਲ ਦੇ ਦੀਵਾਨਾਂ 'ਚ ਸਤਿਗੁਰਾਂ ਦੀ ਕਿਰਪਾ ਨਾਲ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।